हाँ जी दोस्तों, ਤਰਕਸ਼ੀਲ टीवी ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਦੋਸਤ ਆਜ਼ਾਦ। ਅਸੀਂ ਅੱਜ ਤਰਕ ਦੀਆਂ ਗੱਲਾਂ ਦੇ ਰਾਹੀਂ ਤੁਹਾਡੇ ਨਾਲ ਗੱਲ ਕਰਾਂਗੇ। ਦੋਸਤੋ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੀ ਹੋ, ਜਦੋਂ ਸਮਾਜ ਦੇ ਵਿੱਚ ਬੁਰਾਈਆਂ ਦਾ ਬੋਲਬਾਲਾ ਬਹੁਤ ਜ਼ਿਆਦਾ ਹੋ ਜਾਵੇ ਅਤੇ ਪੂਰਾ ਸਮਾਜ ਕਰਮਕਾਂਡਾਂ ਦੇ ਵਿੱਚ ਉਲਝ ਜਾਵੇ ਤਾਂ ਇਤਿਹਾਸ ਗਵਾਹ ਹੈ ਕਿ ਕੋਈ ਨਾ ਕੋਈ ਅਜਿਹੀ ਸ਼ਖਸੀਅਤ ਅਤੇ ਅਜਿਹੀ ਲਹਿਰ ਪੈਦਾ ਹੁੰਦੀ ਹੈ ਜਿਹੜੀ ਕਿ ਸਮਾਜ ਨੂੰ ਨਵੀਂ ਦਿਸ਼ਾ ਦੇ ਦਿੰਦੀ ਹੈ। ਅਤੇ ਅਜਿਹੀ ਹੀ ਇੱਕ ਲਹਿਰ 15ਵੀਂ ਸਦੀ ਦੇ ਵਿੱਚ ਭਾਰਤ ਦੇ ਵਿੱਚ ਉੱਠੀ ਤੇ ਉਸ ਲਹਿਰ ਦੇ ਅਲੰਬਰਦਾਰ ਸਨ ਬਾਬਾ ਨਾਨਕ ਜੀ, ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਸਿੱਖਾਂ ਦੇ ਪਹਿਲੇ ਗੁਰੂ ਨੇ। ਉਹਨਾਂ ਨੇ ਆਪਣੀ ਤਰਕਵਾਦੀ ਵਿਲੱਖਣ ਸ਼ਖਸੀਅਤ ਰਾਹੀਂ ਸਮਾਜ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਤੇ ਅੱਜ ਦਾ ਸਾਡਾ ਵਿਸ਼ਾ ਹੈ ਅਜਿਹੇ ਸਨ ਸਾਡੇ ਬਾਬਾ ਨਾਨਕ ਜੀ। ਤੇ ਇਸ ਵਿਸ਼ੇ ਤੇ ਅਸੀਂ ਗੱਲ ਕਰਾਂਗੇ ਸਿੱਖਿਆ ਦੇ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ, ਜਿਨ੍ਹਾਂ ਦੀਆਂ 26 ਕਿਤਾਬਾਂ ਲਗਭਗ ਇਸ ਵਿਸ਼ੇ ਦੇ ਉੱਪਰ ਹਨ। ਅਸੀਂ ਉਹਨਾਂ ਦੇ ਨੂੰ ਪੈਨਲ ਦੇ ਵਿੱਚ ਸ਼ਾਮਲ ਕਰਨ ਜਾ ਰਹੇ ਹਾਂ। ਪ੍ਰੋਫੈਸਰ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਪ੍ਰੋਫੈਸਰ ਸਾਹਿਬ, ਤੁਹਾਡੀ ਬਹੁਤ ਸਾਰੀ ਲੰਬੀ ਸਟੱਡੀ ਹੈ। ਤੁਸੀਂ ਜਿਹੜਾ ਕਿ ਮਸਲੇ ਖਾਸ ਕਰਕੇ ਜਿਹੜੀ ਸਿੱਖ ਇਤਿਹਾਸ ਦੀ ਗੱਲ ਕਰੀਏ, ਚਾਹੇ ਗੁਰੂ ਸਾਹਿਬਾਨ ਦੀ ਗੱਲ ਕਰੀਏ ਅਸੀਂ, ਤੇ ਇਸ ਦੇ ਉੱਪਰ ਤੁਸੀਂ ਕਾਫੀ ਸਾਰੀ ਸਟੱਡੀ ਕੀਤੀ ਹੈ। ਮੈਂ ਸ਼ੁਰੂ ਦੇ ਵਿੱਚ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਸਾਡੇ ਬਾਬਾ ਨਾਨਕ ਜੀ ਨੇ ਸਾਡੇ ਸਮਾਜ ਨੂੰ, ਸਿੱਖ ਸਮਾਜ ਨੂੰ ਅੰਧ ਵਿਸ਼ਵਾਸਾਂ ਦੇ ਵਿੱਚੋਂ ਕੱਢਣ ਦੇ ਲਈ ਬਹੁਤ ਸਾਰੇ ਤਰਕ ਪੇਸ਼ ਕੀਤੇ, ਲੇਕਿਨ ਅੱਜ ਅਸੀਂ ਦੇਖੀਏ ਤਾਂ ਜਿਹੜਾ ਸਾਡਾ ਸਮਾਜ ਹੈ, ਖਾਸ ਕਰਕੇ ਜੇ ਅਸੀਂ ਸਿੱਖ ਸਮਾਜ ਦੀ ਵੀ ਗੱਲ ਕਰੀਏ ਤਾਂ ਉਹ ਬੜੇ ਸਾਰੇ ਅੰਧ ਵਿਸ਼ਵਾਸਾਂ ਦੇ ਵਿੱਚ ਫਸਿਆ ਪਿਆ। ਇਸ ਦੇ ਪਿੱਛੇ ਵੱਡੇ ਕੀ ਕਾਰਨ ਨੇ? ਇਹਦਾ ਜੀ, ਜੇ ਲੋਕ ਸਿਆਣੇ ਹੋ ਗਏ, ਸਮਝਦਾਰ ਹੋ ਗਏ, ਅਕਲਮੰਦ ਹੋ ਗਏ ਤਾਂ ਜਿਹੜਾ ਪੁਜਾਰੀ ਦਾ ਸਿਸਟਮ ਹੈ ਉਹ ਸਾਰੇ ਦਾ ਸਾਰਾ ਖਤਮ ਹੋ ਜਾਂਦਾ ਹੈ। ਕਿਉਂਕਿ ਅੰਧ ਵਿਸ਼ਵਾਸ ਦੇ ਨਾਲ ਕੋਈ ਪੁਜਾਰੀਆਂ ਦੀ ਮਾਨਤਾ ਨਹੀਂ ਹੋਵੇਗੀ। ਉਹਨਾਂ ਨੂੰ ਮੁਫਤ ਦੇ ਵਿੱਚ ਬੈਠੇ ਬਿਠਾਇਆਂ ਨੂੰ ਅੰਨ ਦਾਣਾ, ਕੱਪੜਾ ਲੀੜਾ, ਪੈਸਾ ਟੱਕਾ, ਮਹਿਲ ਕੋਠੀਆਂ ਆਦਿਕ ਆਮ ਸ਼ਰਧਾਲੂ ਫਿਰ ਉਹਨਾਂ ਨੂੰ ਆਪਣੀ ਕਿਰਤ ਕਮਾਈ ਚੋਂ ਦੇ ਕੇ ਮਾਲਾ ਮਾਲ ਨਹੀਂ ਕਰੇਗਾ। ਇੱਕ ਤਾਂ ਪੁਜਾਰੀ ਤਬਕਾ ਮੁਫਤ ਦੀਆਂ ਖਾਣ ਵਾਸਤੇ ਲੋਕਾਂ ਨੂੰ ਬੇਅਕਲ ਰੱਖਣਾ ਚਾਹੁੰਦਾ ਹੈ। ਆਪਣੇ ਹੀ ਲੋਕਾਂ ਨਾਲ ਪੁਜਾਰੀ ਤਬਕਾ ਲਗਭਗ ਧਰੋ ਕਮਾਉਂਦਾ ਹੈ। ਦੂਜਾ ਹੈ ਰਾਜਨੀਤਿਕ ਤਬਕਾ। ਰਾਜਨੀਤਿਕ ਲੋਕਾਂ ਨੂੰ ਵੀ ਪਤਾ ਹੈ ਕਿ ਅਸੀਂ ਵੀ ਤਕਰੀਬਨ ਇਉਂ ਕਹਿ ਲਈਏ ਕਿ 90-95% ਰਾਜਨੀਤਿਕ ਲੋਕ ਭਾਰਤ ਦੇ ਵਿੱਚ ਬੇਈਮਾਨੀਆਂ ਨਾਲ ਧਨ ਦੌਲਤ ਕਮਾ ਰਹੇ ਨੇ ਤੇ ਉਹਨਾਂ ਨੂੰ ਵੀ ਪਤਾ ਹੈ ਜੇ ਕਿਤੇ ਲੋਕਾਂ ਨੂੰ ਅਕਲ ਆ ਗਈ ਤਾਂ ਸਾਡਾ ਇਹ ਧਨ ਦੌਲਤ ਤਾਂ ਜਾਣਾ ਹੀ ਜਾਣਾ ਹੈ ਤੇ ਰਾਜ ਪਲਟਾ ਵੀ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਇਹਨਾਂ ਦੀ ਦੋਵਾਂ ਦੀ ਸਾਂਝ ਬਣੀ ਹੁੰਦੀ ਹੈ। ਇਹਨਾਂ ਪੁਜਾਰੀਆਂ ਨੂੰ, ਵੱਡੇ ਵੱਡੇ ਸੰਤਾਂ ਮਹੰਤਾਂ ਨੂੰ ਸਰਕਾਰਾਂ ਉਭਾਰਦੀਆਂ ਨੇ, ਅਖਬਾਰਾਂ ਦੇ ਵਿੱਚ ਉਹਨਾਂ ਦੀ ਇਸ਼ਤਿਹਾਰਬਾਜ਼ੀ ਹੁੰਦੀ ਹੈ, ਖਬਰਾਂ ਲੱਗਦੀਆਂ ਨੇ, ਉਹਨਾਂ ਨੂੰ ਲੋਕਾਂ ਦੇ ਮਨਾਂ 'ਚ ਸੰਤ ਮਹਾਤਮਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਤੇ ਜਦੋਂ ਉਹ ਸਰਕਾਰ ਦੇ ਵਿਰੁੱਧ ਕਿਤੇ ਚੱਲ ਪੈਣ ਤਾਂ ਸਰਕਾਰਾਂ ਉਹਨਾਂ ਨੂੰ ਚੁੱਕ ਕੇ ਜੇਲ੍ਹ 'ਚ ਵੀ ਸੁੱਟ ਸਕਦੀਆਂ ਨੇ। ਇਸ ਤਰ੍ਹਾਂ ਇਹ ਦੋਵਾਂ ਦੀ ਸੰਗਲੀ ਬਣੀ ਹੋਈ ਹੈ, ਸਾਂਝ ਬਣੀ ਹੋਈ ਹੈ, ਰਾਜਨੀਤਿਕ ਲੋਕਾਂ ਦੀ ਅਤੇ ਅਖੌਤੀ ਧਾਰਮਿਕ ਲੋਕਾਂ ਦੀ। ਇਹ ਨਹੀਂ ਚਾਹੁੰਦੇ ਕਿ ਸਾਨੂੰ ਆਮ ਸਮਾਜ ਨੂੰ ਅਕਲ ਆਵੇ। ਜੇ ਅਕਲ ਆ ਗਈ ਤਾਂ ਦੋਵਾਂ ਦਾ ਨੁਕਸਾਨ ਹੋਣਾ ਹੈ। ਇਹ ਸਮੁੱਚੇ ਸਮਾਜ ਦਾ ਭਲਾ ਨਹੀਂ ਚਾਹੁੰਦੇ। ਇਹ ਆਪਣੀਆਂ ਨਿੱਜੀ ਗਰਜਾਂ ਪੂਰੀਆਂ ਕਰਨ ਵਾਸਤੇ ਇਹੋ ਜਿਹੀਆਂ ਚਾਲਾਂ ਚੱਲਦੇ ਆ ਰਹੇ ਨੇ। ਜੀ ਪ੍ਰੋਫੈਸਰ ਸਾਹਿਬ, ਗੁਰੂ ਨਾਨਕ ਸਾਹਿਬ ਨੇ ਬੁੱਤ ਪੂਜਾ ਦੀ, ਮੂਰਤੀ ਪੂਜਾ ਦਾ ਖੰਡਨ ਕੀਤਾ। ਉਹਦੇ ਖਿਲਾਫ ਉਹਨਾਂ ਨੇ ਬੜੇ ਸਾਰੇ ਤਰਕ ਪੇਸ਼ ਕੀਤੇ, ਲੇਕਿਨ ਅੱਜ ਅਸੀਂ ਦੇਖੀਏ ਤੇ ਸਾਡੇ ਸਿੱਖ ਸਮਾਜ ਨੇ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਹੀ ਪੂਜਾ ਸ਼ੁਰੂ ਕਰ ਦਿੱਤੀ ਹੈ। ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹਦੇ ਤੇ? ਹਾਂਜੀ, ਗੱਲ ਇਹ ਹੈ ਵੀ ਮੂਰਤੀ ਪੂਜਾ ਦੇ ਵਿੱਚ ਅਕਲ ਦੀ ਵਰਤੋਂ ਨਹੀਂ ਕਰਨੀ ਪੈਂਦੀ। ਜਿਵੇਂ ਪੁਰਾਣੀ ਪਰੰਪਰਾ ਚਲੀ ਆ ਰਹੀ ਹੈ, ਹਰ ਬੰਦਾ ਉਸੇ ਤਰ੍ਹਾਂ ਸੌਖੇ ਢੰਗ ਨਾਲ ਉਹ ਕੰਮ ਕਰਦਾ ਹੈ। ਨਵੀਨਤਾ ਦੇ ਵਿੱਚ ਕੁਝ ਖਤਰੇ ਵੀ ਹੁੰਦੇ ਨੇ ਤੇ ਕੁਝ ਬੰਦੇ ਨੂੰ ਇਉਂ ਲੱਗਦਾ ਜੇ ਮੈਂ ਗਲਤ ਕਰ ਲਿਆ, ਕਿਤੇ ਮੇਰੇ ਤੇ ਮੇਰਾ ਦੇਵੀ ਦੇਵਤਾ ਜਾਂ ਜਿਹੜੇ ਨੂੰ ਮੈਂ ਮੰਨਦਾ ਗੁਰੂ ਪੀਰ ਨੂੰ, ਉਹ ਕਿਤੇ ਨਾਰਾਜ਼ ਨਾ ਹੋ ਜਾਵੇ। ਕਿਉਂਕਿ ਉਹਦੇ ਅੰਦਰ ਬਹੁਤ ਲੋਕਾਂ ਨੇ ਕਹਾਣੀਆਂ ਪਾ ਕੇ ਦਹਿਸ਼ਤ ਬਿਠਾਈ ਹੁੰਦੀ ਹੈ ਤੇ ਆਮ ਲੋਕ ਇੰਨਾ ਸਿਆਣਾ ਅਤੇ ਦਲੇਰ ਨਹੀਂ ਹੁੰਦਾ। ਉਹਨਾਂ ਦੀਆਂ ਉਹ ਝੂਠੀਆਂ ਗੱਲਾਂ ਨੂੰ ਸੱਚ ਮੰਨ ਕੇ ਬਹਿ ਜਾਂਦਾ ਹੈ ਤੇ ਉਹਨਾਂ ਮੂਰਤੀਆਂ ਆਦਿਕ ਨੂੰ ਪੂਜਣ ਲੱਗ ਪੈਂਦਾ ਹੈ। ਜੇ ਕਿਤੇ ਲਗਾਤਾਰਤਾ ਦੇ ਨਾਲ, ਜਿਵੇਂ ਗੁਰੂ ਨਾਨਕ ਬਾਬਾ ਜੀ ਨੇ ਇਹ ਗਿਆਨ ਵਿਦਿਆ ਤਰਕ ਸਾਨੂੰ ਦਿੱਤੀ ਸੀ
ਜੇ ਉਸ ਤਰਕ ਨੂੰ ਅੱਗੇ ਤੋਰਨ ਵਾਸਤੇ ਸਾਡੇ ਪੁਜਾਰੀ ਤਬਕਾ, ਸਾਡਾ ਰਾਜਨੀਤਿਕ ਤਬਕਾ ਉਹਨੂੰ ਵਿਦਿਅਕ ਢੰਗ ਦੇ ਨਾਲ, ਜਿਵੇਂ ਆਪਾਂ ਸਕੂਲਾਂ ਕਾਲਜਾਂ ਦੀ ਗੱਲ ਅੱਜ ਕਰਦੇ ਹਾਂ, ਤੇ ਜੇ ਇਸ ਤਰ੍ਹਾਂ ਲਗਾਤਾਰ ਲੋਕਾਂ ਨੂੰ ਗਿਆਨ ਵੰਡਿਆ ਜਾਂਦਾ, ਅੱਜ ਅਸੀਂ ਪੱਥਰਾਂ ਦੀ ਪੂਜਾ, ਰੁੱਖਾਂ ਬਿਰਖਾਂ ਦੀ ਪੂਜਾ, ਪਸ਼ੂ ਪੰਛੀਆਂ ਦੀ ਪੂਜਾ, ਇੱਥੋਂ ਤੱਕ ਧਰਤੀ, ਚੰਦ, ਸੂਰਜ, ਅੱਗ, ਹਵਾ, ਪਾਣੀ ਦੀ ਪੂਜਾ ਵੀ ਲੋਕੀ ਕਰ ਰਹੇ ਨੇ। ਇਹ ਪੂਜਾ ਫਿਰ ਸਾਨੂੰ ਨਹੀਂ ਕਰਨੀ ਪੈਣੀ ਸੀ। ਅਸੀਂ ਇਨਸਾਨੀਅਤ ਦੇ ਭਲੇ ਵਾਸਤੇ ਸਾਰੇ ਕਾਰਜ ਕਰਦੇ ਕਿ ਮਨੁੱਖਤਾ ਦਾ, ਸਮਾਜ ਦਾ ਭਲਾ ਕਿਵੇਂ ਹੋ ਸਕਦਾ ਹੈ। ਤੋ ਏਡੀ ਵੱਡੀ ਸੋਚ ਸਾਡੀ ਬਣ ਨਹੀਂ ਸਕੀ। ਪੁਜਾਰੀ ਨੇ ਸਾਡਾ ਸੋਚਣ ਦਾ ਢੰਗ ਤਰੀਕੇ ਨੇ ਸਾਰੇ ਖਤਮ ਕਰ ਦਿੱਤੇ। ਆਮ ਬੰਦਾ ਕਿਉਂਕਿ ਇਹ ਸਮਾਜ 'ਚ ਰਹਿੰਦਾ ਹੈ, ਉਹਦੇ ਕੋਲੇ ਨਿੱਜੀ ਸਾਧਨ ਨਹੀਂ ਹੈਗੇ ਤੇ ਉਹਦਾ ਸਮਾਜ ਦੀ ਬਣਤਰ ਦੇ ਕਾਰਨ ਸੁਭਾਅ ਵੀ ਉਹੋ ਜਿਹਾ ਬਣ ਜਾਂਦਾ ਹੈ। ਤੇ ਇਸ ਤਰ੍ਹਾਂ ਜਿਹੜੀ ਤਰਕ ਦੀ ਗੱਲ ਹੈ ਉਹ ਆਮ ਤੌਰ ਤੇ ਲੋਕਾਂ ਦੇ ਮਨਾਂ ਚੋਂ ਫਿਰ ਖਤਮ ਦੇ ਨੇੜੇ ਤੇੜੇ ਪਹੁੰਚੀ ਹੋਈ ਹੈ। ਕੁਝ ਵਿਰਲੇ ਟਾਵੇਂ ਉਂਗਲਾਂ ਤੇ ਗਿਣੇ ਜਾਣ ਜੋਗੇ ਬੰਦੇ ਨੇ, ਉਹ ਤਰਕ ਦੀ ਗੱਲ ਕਰਦੇ ਨੇ। ਦੂਜੀਆਂ ਧਿਰਾਂ ਜਿਹੜੀਆਂ ਅੰਧ ਵਿਸ਼ਵਾਸੀ ਨੇ ਉਹ ਸ਼ੋਰ ਮਚਾ ਦਿੰਦੀਆਂ ਨੇ, ਇਹ ਤਾਂ ਗਲਤ ਹੈ, ਇਹ ਤਾਂ ਨਾਸਤਕ ਹੈ, ਇਹ ਤਾਂ ਕਾਮਰੇਡ ਹੈ। ਉਹ ਬੰਦਾ ਕਿਉਂਕਿ ਘੱਟ ਗਿਣਤੀ 'ਚ ਹੁੰਦਾ ਫਿਰ ਉਹਨੂੰ ਕਈ ਵਾਰੀ ਚੁੱਪ ਕਰਨਾ ਪੈਂਦਾ। ਸੋ ਆਪਾਂ ਨੂੰ ਚਾਹੀਦਾ ਹੈ ਕਿ ਤਰਕ ਦੇ ਨਾਲ ਸੋਚਣਾ, ਵਿਚਾਰਨਾ, ਭਾਵੇਂ ਗਿਣਤੀ ਸਾਡੀ ਘੱਟ ਹੋਵੇ ਤਾਂ ਫਿਰ ਵੀ ਆਪਣੇ ਲੋਕਾਂ ਦੇ ਭਲੇ ਵਾਸਤੇ ਆਪਾਂ ਨੇ ਤਰਕ ਦੇ ਨਾਲ ਉਹਨਾਂ ਨੂੰ ਸਮਝਾਉਣਾ ਕਿ ਸੱਚਮੁੱਚ ਜੇ ਬਾਬਾ ਨਾਨਕ ਦੀ ਗੱਲ ਸੁਣਨੀ ਹੈ, ਸਮਝਣੀ ਹੈ ਤਾਂ ਉਹਦਾ ਤਰੀਕਾ ਆ ਹੈ। ਉਹਨਾਂ ਨੇ ਤਾਂ ਸਾਨੂੰ ਪਖੰਡਾਂ ਚੋਂ, ਵਹਿਮਾਂ ਚੋਂ ਕੱਢਿਆ, ਨਾ ਕਿ ਪਾਇਆ। ਜੀ ਪ੍ਰੋਫੈਸਰ ਸਾਹਿਬ, ਰਾਜਨੀਤਿਕ ਅਤੇ ਪੁਜਾਰੀ ਵਰਗ ਜਿਹੜਾ ਹੈਗਾ ਉਹ ਹਮੇਸ਼ਾ ਦੂਸਰੇ ਪਾਸੇ ਨੂੰ, ਸਮਾਜ ਨੂੰ ਲੈ ਕੇ ਜਾਂਦਾ ਕਿਉਂਕਿ ਉਹਦੇ ਹਿੱਤ ਜੁੜੇ ਹੁੰਦੇ ਆ। ਪਰ ਨਾਲ ਦੀ ਨਾਲ ਜਿਹਨਾਂ ਉਹ ਇੱਦਾਂ ਕਹੀਏ ਵੀ ਅਖੀਰ ਨੂੰ ਜਿਹੜੀ ਸਾਨੂੰ ਧਰਮ ਦੀ ਆਸ ਵੱਝਦੀ ਆ, ਤਾਂ ਉਹ ਵੀ ਸਾਡੇ ਜਿਹੜੇ ਧਰਮ ਦੇ ਉਸ ਵੇਲੇ ਦੇ ਸਥਾਪਤ ਲੰਬਰਦਾਰ ਹੁੰਦੇ ਨੇ, ਸਾਨੂੰ ਉਹਨਾਂ ਕੋਲੋਂ ਹੀ ਵੱਜਦੀ ਆ। ਲੇਕਿਨ ਉਹ ਸਮਾਜ ਨੂੰ ਕਿਸੇ ਹੋਰ ਪਾਸੇ ਲੈ ਕੇ ਜਾ ਰਿਹਾ ਹੁੰਦਾ। ਤੇ ਜਿਹੜੇ ਫਿਰ ਆਮ ਲੋਕ ਨੇ, ਆਮ ਲੋਕ ਧਰਮ ਨੂੰ ਕਿੱਥੋਂ ਸਿੱਖਣ? ਅੱਜ ਜੀ ਵਿਗਿਆਨਕ ਯੁੱਗ ਹੈ। ਤਕਰੀਬਨ ਜੇ ਅਸੀਂ ਥੋੜਾ ਜਿਹਾ ਵੀ ਹਿੰਮਤ ਕਰੀਏ, ਅੰਦਰ ਆਪਣੇ ਹੌਸਲਾ ਪੈਦਾ ਕਰੀਏ, ਤਾਂ ਅੱਜ ਅਸੀਂ ਜਿੱਥੇ ਸਕੂਲ ਕਾਲਜ ਤਾਂ ਹੈਗੇ ਹੀ ਹੈਗੇ, ਤਾਂ ਅੱਜ ਇੰਟਰਨੈਟ ਜਾਂ ਹੋਰ ਜਿਹੜਾ ਸੋਸ਼ਲ ਮੀਡੀਆ ਹੈ ਉਹਦੇ ਰਾਹੀਂ ਬਹੁਤ ਕੁਝ ਅਸੀਂ ਚੰਗਾ ਵੀ ਸਿੱਖ ਸਕਦੇ ਹਾਂ, ਪ੍ਰਾਪਤ ਕਰ ਸਕਦੇ ਹਾਂ। ਇਹਨਾਂ ਪੁਜਾਰੀਆਂ ਦੀਆਂ ਮੰਦ ਕਰਤੂਤਾਂ ਰੋਜ਼ਾਨਾ ਦੀ ਰੋਜ਼ਾਨਾ ਸੋਸ਼ਲ ਮੀਡੀਆ ਤੇ ਆ ਰਹੀਆਂ ਨੇ ਕਿ ਕਿੱਡੇ ਡਾਕੂ ਨੇ, ਲੁਟੇਰੇ ਨੇ, ਕਾਤਲ ਨੇ, ਤੇ ਕਿਵੇਂ ਕਿਵੇਂ ਇਹਨਾਂ ਲੋਕਾਂ ਨਾਲ ਬਲਾਤਕਾਰ ਕੀਤੇ ਨੇ, ਔਰਤਾਂ ਦੇ ਨਾਲ ਕਿਵੇਂ ਉਹਨਾਂ ਨੂੰ ਮੰਡੀ ਦਾ ਮਾਲ ਸਮਝ ਕੇ ਵਿਭਚਾਰ ਹੋਏ ਨੇ। ਤੇ ਇਸੇ ਤਰ੍ਹਾਂ ਧਰਤੀ ਦੇ ਵਿੱਚ ਸੋਨਾ ਦੱਬਿਆ ਜਾ ਸਕਦਾ ਹੈ। ਪਦਮਾਨਾਭਨ ਮੰਦਿਰ ਆਂਧਰਾ ਪ੍ਰਦੇਸ਼ ਦੇ ਵਿੱਚ, ਉੱਥੇ ਕਈ 100 ਟਨ ਸੋਨਾ ਧਰਮ ਦੇ ਨਾਂ ਤੇ ਧਰਤੀ ਦੇ ਵਿੱਚ ਅੱਜ ਤੱਕ ਦੱਬਿਆ ਪਿਆ। ਭਾਰਤ ਸਰਕਾਰ ਨੇ, ਮੇਰੇ ਕੋਲੇ ਸਾਰੀਆਂ ਤਰੀਕਾਂ ਨੋਟ ਕੀਤੀਆਂ ਹੋਈਆਂ ਨੇ ਟੀਵੀ ਚੈਨਲਾਂ ਤੋਂ, ਅਖਬਾਰਾਂ ਚੋਂ, ਭਾਰਤ ਸਰਕਾਰ ਨੇ ਉਹ ਕਈ 100 ਕੁਆਂਟਲ ਸੋਨੇ ਦੇ ਉੱਤੇ ਸਰਕਾਰੀ ਪਹਿਰੇਦਾਰੀ ਤਾਂ ਲਾ ਦਿੱਤੀ ਹੈ, ਪਰ ਉਹਦੀ ਵਰਤੋਂ ਨਹੀਂ ਕਿਤੇ ਕਰ ਰਹੇ। ਕਹਿੰਦੇ ਜੀ ਇਹ ਤਾਂ ਧਾਰਮਿਕ ਅਸਥਾਨ ਦਾ ਪਵਿੱਤਰ ਸੋਨਾ ਹੈ ਤੇ ਉੱਤੇ ਕ੍ਰਿਸ਼ਨ ਦੀ ਮੂਰਤੀ ਪਈ ਹੈ। ਖੈਰ, ਇਸੇ ਤਰ੍ਹਾਂ ਹੋਰ ਮੰਦਿਰਾਂ ਦੀ, ਹੋਰ ਗੁਰਦੁਆਰਿਆਂ ਦੀ ਅਰਬਾਂ ਖਰਬਾਂ ਦੀ ਜਾਇਦਾਦ ਬਣ ਚੁੱਕੀ ਹੈ ਤੇ ਆਮ ਲੋਕ ਬਿਲਕੁਲ ਕੰਗਾਲੀ ਦੇ ਵਿੱਚ ਵਿਚਾਰੇ ਜ਼ਿੰਦਗੀ ਬਤੀਤ ਕਰਨ ਤੇ ਮਜਬੂਰ ਨੇ। ਸੋ ਆਪਾਂ ਨੂੰ ਆਪਣੇ ਅੰਦਰ ਹਿੰਮਤ, ਹੌਸਲਾ ਪੈਦਾ ਕਰਕੇ ਗਿਆਨ ਹਾਸਲ ਕਰਨਾ ਹੈ। ਗਿਆਨ ਹਾਸਲ ਕਰਕੇ ਇਹ ਜਿਹੜੇ ਗਲਤ ਸਾਡੇ ਤੇ ਜਾਲ ਵਿਛਾਏ ਗਏ ਨੇ, ਇਹਨਾਂ ਨੂੰ ਤੋੜਨ ਦਾ ਆਪ ਉਪਰਾਲਾ ਕਰਨਾ ਹੈ। ਤੇ ਇਹਨਾਂ ਨੂੰ, ਪੁਜਾਰੀਆਂ ਨੂੰ ਤਾਂ ਬੈਠੇ ਬਿਠਾਇਆਂ ਨੂੰ ਸਾਰਾ ਕੁਝ ਮਿਲ ਰਿਹਾ ਹੈ। ਇਹ ਸਾਨੂੰ ਆਪ ਖੁਦ ਕਦੇ ਆਜ਼ਾਦ ਨਹੀਂ ਕਰਨਗੇ। ਅਸੀਂ ਆਪ ਹਿੰਮਤ, ਹੌਸਲਾ ਪੈਦਾ ਕਰਕੇ ਇਹਨਾਂ ਦੇ ਚੁੰਗਲ ਚੋਂ ਨਿਕਲਣ ਵਾਸਤੇ ਅੰਦਰ ਸਿਆਣਪ ਪੈਦਾ ਕਰੋ, ਹਿੰਮਤ ਪੈਦਾ ਕਰੋ ਤੇ ਆਪ ਵਿਦਿਆ ਲਓ, ਗਿਆਨ ਲਓ, ਤਾਂ ਤੁਸੀਂ ਇਹਨਾਂ ਦੇ ਜਕੜਬੰਦ ਨੂੰ ਤੋੜ ਸਕਦੇ ਹੋ। ਜੀ ਪ੍ਰੋਫੈਸਰ ਸਾਹਿਬ, ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਆ ਕਿ ਭਾਵੇਂ ਸੰਵਿਧਾਨ ਦੇ ਵਿੱਚ ਬੜਾ ਕੁਝ ਪਿਆ ਹੈਗਾ ਜਿਹਦੇ ਰਾਹੀਂ ਵਿਗਿਆਨਕ ਜਿਹੜੀ ਕਿ ਸੋਚ ਅਪਣਾਉਣੀ ਜਾਂ ਉਹਨੂੰ ਲਾਗੂ ਕਰਨਾ ਦੇਸ਼ ਦਾ, ਇੱਕ ਦੇਸ਼ ਦੀ ਸਰਕਾਰ ਦਾ ਫਰਜ਼ ਬਣ ਜਾਂਦਾ, ਲੇਕਿਨ ਉਹ ਦੂਸਰੇ ਪਾਸੇ ਜਿਹੜੇ ਕਿ ਇੱਦਾਂ ਲੈ ਲਈਏ ਅੰਧ ਵਿਸ਼ਵਾਸ ਨੂੰ ਫੈਲਾਉਣ ਦੇ ਵਿੱਚ ਲੱਗੀ ਹੋਈ ਆ। ਗੁਰੂ ਨਾਨਕ ਸਾਹਿਬ ਬਾਰੇ ਅਸੀਂ ਗੱਲ ਕਰ ਰਹੇ ਸੀ। ਗੁਰੂ ਨਾਨਕ ਸਾਹਿਬ ਦੀ ਲਾਈਫ ਦੇ ਵਿੱਚ ਅਕਸਰ ਇਹ ਇੱਕ ਗੱਲ ਸੁਣਾਈ ਜਾਂਦੀ ਆ, ਜਿਹੜਾ ਕਿ ਪ੍ਰਚਾਰਿਆ ਜਾਂਦਾ ਕਿ ਗੁਰੂ ਸਾਹਿਬਾਨ ਨੇ ਆਪਣੇ ਪੰਜੇ ਨਾਲ ਪਹਾੜ ਰੋਕਿਆ। ਇਹ ਕੀ ਘਟਨਾ ਸੀ? ਕੀ ਇਹ ਘਟਨਾ ਹੋਈ, ਨਹੀਂ ਹੋਈ, ਕਿ ਇਹਦੇ ਪਿੱਛੇ ਕੀ ਸਮਝਾਇਆ ਜਾਂਦਾ? ਇਹਦੇ ਬਾਰੇ ਵੀ ਥੋੜਾ ਸਾਨੂੰ ਵਿਸਥਾਰਪੂਰਵਕ ਜਾਣਕਾਰੀ ਦਿਓ। ਹਾਂਜੀ, ਤੇ ਮੈਂ ਇਹਦੇ ਬਾਰੇ ਬਹੁਤ ਪੜ੍ਹਿਆ ਤੇ ਬਹੁਤ ਸੋਚਿਆ, ਵਿਚਾਰਿਆ, ਤੇ ਹੋਰਨਾਂ ਗੱਲਾਂ ਦੇ ਨਾਲ ਨਾਲ ਜਿਹੜਾ ਮੈਨੂੰ ਸਭ ਤੋਂ ਵਜਨਦਾਰ ਇੱਕ ਬੰਦੇ ਨੇ ਗੱਲ ਦੱਸੀ। ਮੈਂ ਵਿਦੇਸ਼ 'ਚ ਗਿਆ ਹੋਇਆ ਸੀ। ਵਿਦੇਸ਼ ਦੇ ਵਿੱਚ ਇੱਕ ਪਾਕਿਸਤਾਨ ਚੋਂ ਆਇਆ ਮੁਸਲਮਾਨ ਭਾਈ ਮੈਨੂੰ ਮਿਲਿਆ
ਉੱਥੇ ਕਿਤੇ ਪੰਜਾ ਲਾ ਕੇ ਉਹ ਜਿਹੜਾ ਪਹਾੜ ਰੋਕਣ ਦੀ ਗੱਲ ਸਾਹਮਣੇ ਆ ਗਈ। ਉਹ ਮੇਰੇ ਕੋਲੇ ਆ ਗਿਆ, ਕਹਿੰਦਾ ਗਿਆਨੀ ਜੀ ਤੁਸੀਂ ਤਾਂ ਸਿਆਣੇ ਹੋ, ਹੋਰ ਗੱਲਾਂ ਤੁਸੀਂ ਵਧੀਆ ਸੁਣਾ ਦਿੱਤੀਆਂ, ਪਰ ਇੱਕ ਤਾਂ ਕਦੀ ਸੋਚ ਲਓ ਕਿ ਪਹਾੜ ਲਾ ਕੇ ਪੰਜਾ ਰੋਕਿਆ ਤੇ ਉੱਤੋਂ ਬਲੀ ਕੰਧਾਰੀ ਨੇ ਪਹਾੜ ਪੱਥਰ ਰੋੜ ਦਿੱਤਾ। ਕਹਿੰਦਾ ਉੱਤੇ ਭਾਈ ਮਰਦਾਨਾ ਕੀ ਕਰਨ ਜਾਂਦਾ ਸੀ? ਪਹਾੜ ਤੇ ਪਾਣੀ ਲੈਣ ਵਾਸਤੇ। ਕਹਿੰਦਾ ਸਿੱਖ ਭਾਈਓ ਤੇ ਤੁਸੀਂ ਪ੍ਰਚਾਰਕੋ, ਕਦੀ ਅਕਲ ਤੋਂ ਕੰਮ ਲੈ ਲਓ, ਪਾਣੀ ਪਹਾੜਾਂ ਦੇ ਉੱਪਰ ਨਹੀਂ ਹੋਇਆ ਕਰਦਾ, ਤਾਂ ਨੀਵੀਂ ਥਾਂ ਤੇ ਹੋਇਆ ਕਰਦਾ। ਤੇ ਗੁਰੂ ਨਾਨਕ ਸਾਹਿਬ ਕਮਲੇ ਸੀ ਕਿ ਮਰਦਾਨਾ ਕਮਲਾ ਸੀ, ਜਿਹੜੇ ਪਹਾੜ ਤੇ ਪਾਣੀ ਲੈਣ ਵਾਸਤੇ ਜਾ ਰਹੇ ਸੀ। ਤੇ ਪਹਾੜ ਤੇ ਪਾਣੀ ਜਦੋਂ ਹੈ ਹੀ ਨਹੀਂ ਤੇ ਪੱਥਰ ਰੋੜਨ ਦਾ ਤੇ ਮਰਦਾਨੇ ਦਾ ਉੱਥੇ ਜਾਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ। ਗੱਲ ਇਹ ਹੈ, ਜੇ ਕਰਾਮਾਤੀ ਕਹਾਣੀਆਂ ਨਾਲ ਪੱਥਰਾਂ ਨੂੰ ਆਪਾਂ ਬਚਾਉਣਾ, ਰੋਕਣਾ, ਆਪਣੇ ਉੱਤੇ ਡਿੱਗਣ ਤੋਂ ਬਚਾਉਣਾ, ਤਾਂ ਫਿਰ ਜਦੋਂ ਇੱਥੇ ਭਾਰਤ ਦੇ ਉੱਤੇ ਬਾਬਰ ਬਾਦਸ਼ਾਹ ਹਮਲਾ ਕਰਨ ਵਾਸਤੇ ਚੜ੍ਹ ਕੇ ਆਇਆ ਸੀ ਤੇ ਏਡੀ ਵੱਡੀ ਗੁਰੂ ਨਾਨਕ ਸਾਹਿਬ ਕੋਲੇ ਦੱਸਿਆ ਜਾਂਦਾ ਤਾਕਤ ਸੀ, ਆਪਣੇ ਹੱਥ ਨਾਲ ਪਹਾੜਾਂ ਨੂੰ ਪੱਥਰਾਂ ਨੂੰ ਰੋਕ ਲੈਂਦੇ ਸੀ। ਤੇ ਬਾਬਰ ਦੇ ਵਿਰੁੱਧ ਕੋਈ ਕਰਾਮਾਤੀ ਸ਼ਕਤੀ ਵਿਖਾ ਕੇ ਇੱਥੇ ਹੋ ਰਿਹਾ ਕਤਲੇਆਮ ਨੂੰ ਬਾਬਾ ਨਾਨਕ ਜੀ ਰੋਕ ਲੈਂਦੇ। ਪਰ ਬਾਬਾ ਨਾਨਕ ਨੇ ਤਾਂ ਇੱਥੇ ਬਾਬਰ ਦੇ ਵਿਰੁੱਧ ਆਵਾਜ਼ ਤੇ ਬਹੁਤ ਉਠਾਈ ਹੈ ਕਿ ਮੇਰੀਆਂ ਅੱਖਾਂ ਦੇ ਸਾਹਮਣੇ ਬਾਬਾ ਨਾਨਕ ਕਹਿੰਦਾ ਹੈ, ਇੱਥੇ ਜਿਨ ਸਿਰ ਸੋਹਣ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੇ ਧੂੜ। ਇੱਥੇ ਤਾਂ ਬਾਬਰ ਦੀਆਂ ਫੌਜਾਂ ਨੇ ਤਬਾਹੀ ਮਚਾ ਦਿੱਤੀ, ਔਰਤਾਂ ਦਾ ਅਪਮਾਨ ਕੀਤਾ, ਲੋਕਾਂ ਨੂੰ ਕਤਲ ਕੀਤਾ। ਤੇ ਜੇ ਕਿਤੇ ਕੋਈ ਕਰਾਮਾਤੀ ਸ਼ਕਤੀ ਹੁੰਦੀ, ਬਾਬਾ ਨਾਨਕ ਜੀ ਬਾਬਰ ਨੂੰ ਇੱਧਰ ਨਾ ਆਉਣ ਦਿੰਦੇ ਤੇ ਲੋਕਾਂ ਨੂੰ ਇੱਕੋ ਦਮ ਆਪਣੀ ਕਰਾਮਾਤੀ ਸ਼ਕਤੀ ਨਾਲ ਅਕਲਵੰਦ ਬਣਾ ਦਿੰਦੇ, ਇਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ। ਪਰ ਇਸ ਤਰ੍ਹਾਂ ਨਹੀਂ ਹੋਇਆ ਕਰਦਾ। ਇਹ ਜਿਹੜਾ ਪੰਜੇ ਵਾਲੀ ਕਹਾਣੀ ਹੈ, ਇਹ ਤਾਂ ਅਸਲ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਉੱਥੇ ਕੁਝ ਸਿੱਖ ਫੌਜਾਂ ਗਈਆਂ ਹੋਈਆਂ ਸੀ ਤੇ ਉਹਨਾਂ ਸਿੱਖ ਫੌਜਾਂ ਨੂੰ ਵੇਖ ਕੇ ਉੱਥੇ ਪੰਜਾ ਸਾਹਿਬ ਦੇ ਆਲੇ ਦੁਆਲੇ ਜਿਹੜੇ ਮੁਸਲਮਾਨ ਰਹਿਣ ਵਾਲੇ ਸੀ ਉਹ ਡਰ ਗਏ, ਕਿਉਂਕਿ ਉਦੋਂ ਸਿੱਖਾਂ ਦੀ ਚੜ੍ਹਤ ਚੱਲ ਰਹੀ ਸੀ। ਉਹਨਾਂ ਨੂੰ ਡਰ ਪੈ ਗਿਆ ਕਿ ਇਹ ਜਿਹੜੀ ਸਿੱਖ ਫੌਜ ਟੁਕੜੀ ਆਈ ਹੈ ਸਾਨੂੰ ਕਤਲ ਨਾ ਕਰ ਦੇਵੇ। ਉੱਥੇ ਇੱਕ ਵੱਡਾ ਸਾਰਾ ਪੱਥਰ ਪਿਆ ਸੀ, ਇੱਕ ਬਜ਼ੁਰਗ ਉਸ ਪੱਥਰ ਨੂੰ ਜਾ ਕੇ ਮੱਥਾ ਟੇਕਣ ਲੱਗ ਪਿਆ ਤੇ ਉਹਦੇ ਝੁੱਕ ਕੇ ਉਹਨੇ ਮੱਥਾ ਲਾ ਲਿਆ। ਜਦੋਂ ਫੌਜੀ ਟੁਕੜੀ ਆਈ, ਸਿੱਖਾਂ ਨੇ ਪੁੱਛਿਆ, ਬਾਬਾ ਤੂੰ ਇਹ ਪੱਥਰ ਨੂੰ ਮੱਥਾ ਕਿਉਂ ਟੇਕਦਾ ਹੈ? ਕਹਿੰਦਾ ਬਾਬਾ ਨਾਨਕ ਜੀ ਦਾ ਇਹਨੂੰ ਚਰਨ ਛੋਹ ਪ੍ਰਾਪਤ ਹੈ, ਇਹਦੇ ਬਾਬਾ ਨਾਨਕ ਜੀ ਦੇ ਹੱਥ ਲੱਗੇ ਹੋਏ ਨੇ ਤੇ ਮੈਂ ਤਾਂ ਇਹਨੂੰ ਮੱਥਾ ਟੇਕ ਰਿਹਾ। ਹੇ ਬਾਬਾ ਨਾਨਕ ਜੀ ਅੱਜ ਸਾਨੂੰ ਬਚਾ ਲਓ। ਤੇ ਉਹਨਾਂ ਸਿੱਖ ਟੁਕੜੀ ਵਾਲਿਆਂ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਇਸ ਤਰ੍ਹਾਂ ਦੀ ਗੱਲ ਕਰਦੇ ਹੋ ਬਾਬੇ ਨਾਨਕ ਬਾਰੇ ਤਾਂ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਤੁਹਾਡੀ ਜਾਨ ਬਖਸ਼ੀ। ਤੇ ਉਦੋਂ ਬਾਅਦ ਉਹਨਾਂ ਨੇ ਫਿਰ ਪੰਜੇ ਦੀ ਗੱਲ ਪ੍ਰਚਾਰੀ ਕਿ ਸਾਨੂੰ ਤਾਂ ਇਸ ਪੱਥਰ ਨੇ ਬਚਾ ਲਿਆ, ਇੱਥੇ ਬਾਬੇ ਨਾਨਕ ਦਾ ਪੰਜਾ ਲੱਗਿਆ ਸੀ, ਇਸ ਪੰਜੇ ਦੀ ਕਿਰਪਾ ਨਾਲ ਅਸੀਂ ਬਚ ਗਏ। ਬਾਅਦ ਦੇ ਵਿੱਚ ਕਿਸੇ ਨੇ ਉਹਨੂੰ ਛੈਣੀ ਦੇ ਨਾਲ, ਹਥੌੜੀ ਨਾਲ ਪੰਜਾ ਖੋਦ ਕੇ ਪੱਥਰ ਦੇ ਵਿੱਚ ਉੱਥੇ ਬਾਹਰ ਰੱਖ ਦਿੱਤਾ ਤੇ ਹੌਲੀ ਹੌਲੀ ਸਮਾਂ ਪਾ ਕੇ ਗੁਰਦੁਆਰੇ ਦੇ ਨੇੜੇ ਰੱਖ ਦਿੱਤਾ ਤੇ ਕੋਈ ਅੰਦਰ ਰੱਖ ਦਿੱਤਾ। ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਚੱਲੀ ਹੋਈ ਕਹਾਣੀ ਹੈ। ਨਹੀਂ ਤਾਂ ਜਨਮ ਸਾਖੀਆਂ ਦੇ ਵਿੱਚ ਤਾਂ ਹੋਰ ਵੀ ਬਹੁਤ ਗੱਪਾਂ ਨੇ, ਕਹਾਣੀਆਂ ਨੇ, ਅਸਲੀਅਤ ਦੇ ਨੇੜੇ ਤੇੜੇ ਇਹ ਨਹੀਂ ਹੈਗੀ ਜੀ। ਅਸਲ ਦੇ ਵਿੱਚ ਇਸ ਤਰ੍ਹਾਂ ਜਾਪਦਾ ਕਿ ਗੁਰੂ ਸਾਹਿਬਾਨ ਦਾ ਰਸਤਾ ਭਾਵੇਂ ਬਹੁਤ ਸਿੰਪਲ ਹੈ, ਲੇਕਿਨ ਉਹਦੇ ਉੱਪਰ ਚੱਲਣ ਦੇ ਲਈ ਇੱਕ ਸਿਦਕ ਦੀ ਕਿਰਤ, ਮਿਹਨਤ ਦੀ ਲੋੜ ਪੈਂਦੀ ਆ। ਆਪਣੇ ਆਪ ਨੂੰ ਜੋਖਮ ਦੇ ਵਿੱਚ, ਲਾਈਫ ਦੇ ਵਿੱਚ ਹੰਢਾਉਣਾ ਪੈਂਦਾ। ਇਸ ਤਰ੍ਹਾਂ ਲੈ ਲਈਏ ਵੀ ਥੋੜਾ ਜਿਹਾ ਮੁਸ਼ਕਲ ਹੈ ਕਿ ਤੁਹਾਨੂੰ ਉਹਦੇ ਨਾਲ ਚੱਲਣਾ ਪੈਂਦਾ। ਪਰ ਜਿਹੜਾ ਕਿ ਪੁਜਾਰੀ ਵਰਗਾ ਅਤੇ ਆਮ ਹਾਲਤਾਂ ਨੇ ਉਹਨੂੰ ਚਮਤਕਾਰੀ ਦੇ ਰੂਪ ਦੇ ਵਿੱਚ ਦੇਖਣਾ ਚਾਹੁੰਦੀਆਂ ਨੇ। ਮੈਨੂੰ ਲੱਗਦਾ ਉੱਥੋਂ ਹੀ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੈਗੀਆਂ ਨੇ ਪੈਦਾ ਹੋਈਆਂ ਨੇ। ਪ੍ਰੋਫੈਸਰ ਸਾਹਿਬ, ਗੱਲ ਪ੍ਰਚਾਰੀ ਜਾਂਦੀ ਆ ਕਿ ਬਾਬਾ ਨਾਨਕ ਜੀ ਮੱਕੇ ਗਏ ਤੇ ਉੱਥੇ ਨੇ ਮੱਕਾ ਘੁਮਾ ਦਿੱਤਾ। ਇਹਦੀ ਥੋੜੀ ਇਹਦੇ ਬਾਰੇ ਵੀ ਥੋੜਾ ਸਪਸ਼ਟੀਕਰਨ ਦਿਓ, ਕੀ ਘਟਨਾ ਸੀ, ਕਦੋਂ ਹੋਈ, ਕਿਵੇਂ ਹੋਈ, ਕਿੱਥੋਂ ਤੇ ਇਹ ਗੱਲ ਜਿਹੜੀ ਪ੍ਰਚਾਰੀ ਜਾਂਦੀ ਆ, ਤੇ ਇਹਦੇ ਬਾਰੇ ਵੀ ਥੋੜੀ ਜਾਣਕਾਰੀ ਦਿਓ। ਇੱਥੇ ਜੀ ਪਹਿਲੀ ਗੱਲ ਤਾਂ ਥੋੜਾ ਜਿਹਾ ਜੇ ਇਹਨੂੰ ਸ਼ਬਦਾਂ ਨੂੰ ਠੀਕ ਢੰਗ ਨਾਲ ਉਚਾਰਨ ਕਰ ਲਈਏ, ਅਸੀਂ ਅੱਜ ਵੀ ਕਹਿੰਦੇ ਆ ਕਿ ਮੈਂ ਪਟਿਆਲੇ ਘੁੰਮਿਆ ਆ, ਮੈਂ ਕਲਕੱਤੇ ਜਾ ਆਇਆ, ਤੇ ਜਾਂ ਇਸੇ ਤਰ੍ਹਾਂ ਇੰਗਲੈਂਡ ਅਮਰੀਕਾ ਮੈਂ ਘੁੰਮਿਆ ਆ। ਉੱਥੇ ਮੈਂ ਇਹ ਨਹੀਂ ਆਖਾਂਗਾ ਕਿ ਮੈਂ ਅਮਰੀਕਾ ਨੂੰ ਘੁਮਾ ਲਿਆ ਆ ਤੇ ਜਾਂ ਮੈਂ ਇੰਗਲੈਂਡ ਨੂੰ ਘੁਮਾ ਦਿੱਤਾ, ਇਹ ਨਹੀਂ ਕਿ ਮੈਂ ਆਪ ਘੁੰਮਿਆ ਆ। ਗੁਰੂ ਨਾਨਕ ਸਾਹਿਬ ਮੱਕੇ ਦੀ ਯਾਤਰਾ ਕਰਕੇ ਘੁੰਮੇ ਆਏ ਤੇ ਇਸ ਤਰ੍ਹਾਂ ਭਾਈ ਗੁਰਦਾਸ ਦੀ ਇੱਕ ਪੰਕਤੀ ਲੈ ਕੇ ਤੇ ਫਿਰਿਆ ਮੱਕਾ ਕਲਾ ਦਿਖਾਰੀ ਵਾਲੀ ਗੱਲ ਕਹਿ ਕੇ ਉਹਨੂੰ ਮੱਕੇ ਨੂੰ ਘੁਮਾਉਣਾ ਸ਼ੁਰੂ ਕਰ ਦਿੱਤਾ, ਜਦੋਂ ਕਿ ਇਹ 100% ਝੂਠ ਹੈ। ਬਿਲਡਿੰਗਾਂ ਨਹੀਂ ਘੁੰਮਿਆ ਕਰਦੀਆਂ, ਇਹ ਝੂਠੀਆਂ ਕਹਾਣੀਆਂ ਬਾਬਾ ਨਾਨਕ ਨਾਲ ਜੋੜੀਆਂ ਨੇ। ਜੇ ਮੱਕਾ ਘੁਮਾਉਣ ਦੀ ਗੱਲ ਸੱਚ ਹੈ ਤਾਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਤਾਂ ਉੱਥੋਂ ਦੇ ਜਿਹੜੇ
ਵੱਡੇ ਵੱਡੇ ਜ਼ਾਲਮ ਚੜ ਕੇ ਆਉਂਦੇ ਸੀ ਤੇ ਉਹਨਾਂ ਦੇ ਦਿਮਾਗ ਗੁਰੂ ਨਾਨਕ ਸਾਹਿਬ ਕਰਾਮਾਤੀ ਸ਼ਕਤੀ ਨਾਲ ਘੁਮਾ ਦਿੰਦੇ ਤਾਂ ਕਿ ਇੱਧਰ ਆ ਕੇ ਉਹ ਭਾਰਤ ਦੇ ਉੱਤੇ ਜ਼ੁਲਮ ਨਾ ਕਰਦੇ। ਤਾਂ ਇਸ ਤਰ੍ਹਾਂ ਮੈਂ ਇਹ ਬੇਨਤੀ ਵੀ ਕਰਿਆ ਕਰਦਾ, ਅਸਲ ਦੇ ਵਿੱਚ ਜਿਹੜਾ ਕੁਝ ਵਿਦਵਾਨਾਂ ਇੰਦੂ ਭੂਸ਼ਣ ਬੈਂਦਰ ਜੀ ਅਤੇ ਹੋਰ ਜਿਹੜੇ ਵਿਦਵਾਨ ਨੇ ਉਹਨਾਂ ਦੀਆਂ ਲਿਖੀਆਂ ਕਿਤਾਬਾਂ ਦੇ ਵਿੱਚੋਂ ਇਸ਼ਾਰੇ ਮਾਤਰ ਮੈਂ ਪੜ੍ਹਿਆ, ਉਹਨਾਂ ਨੇ ਦੱਸਿਆ ਕਿ ਬਾਬਾ ਨਾਨਕ ਉਹਨਾਂ ਲੋਕਾਂ ਨੂੰ ਹਮਲਿਆਂ ਤੋਂ ਰੋਕਣ ਵਾਸਤੇ ਸਮਝਾਉਣ ਵਾਸਤੇ ਗਏ ਸੀ ਕਿ ਗਰੀਬਾਂ ਤੇ ਜ਼ੁਲਮ ਨਹੀਂ ਕਰੀਦਾ, ਲੁੱਟ ਖੋਹਾਂ ਨਹੀਂ ਕਰੀਦੀਆਂ। ਐ ਪੁਜਾਰੀਓ, ਮੱਕੇ ਵਾਲਿਓ, ਤੁਸੀਂ ਇੱਧਰ ਜਿਹੜੇ ਤੁਹਾਡੇ ਰਾਜਨੀਤਿਕ ਲੋਕ ਭਾਰਤ ਵੱਲ ਜਾਂਦੇ ਨੇ ਉਹਨਾਂ ਨੂੰ ਸਮਝਾਓ ਕਿ ਗਰੀਬਾਂ ਤੇ ਨਿਮਾਣਿਆਂ ਤੇ ਇਸ ਤਰ੍ਹਾਂ ਦਾ ਜ਼ੁਲਮ ਨਹੀਂ ਕਰੀਦਾ। ਇਹ ਵਿਚਾਰ ਚਰਚਾ ਵਾਸਤੇ ਗੁਰੂ ਨਾਨਕ ਸਾਹਿਬ ਗਏ ਸੀ, ਨਾ ਕਿ ਮੱਕਾ ਘਮਾਉਣ ਦਾ। ਮੱਕੇ ਵਰਗਾ ਬਿਲਡਿੰਗਾਂ ਇਸ ਤਰ੍ਹਾਂ ਨਹੀਂ ਘੁੰਮਿਆ ਕਰਦੀਆਂ। ਇਹ ਤਾਂ ਗੁਰੂ ਨਾਨਕ ਬਾਰੇ ਤਾਂ ਭਾਈ ਗੁਰਦਾਸ ਨੇ ਫਿਰ ਇਹ ਵੀ ਲਿਖਿਆ ਕਿ ਉਹਨਾਂ ਨੇ ਤਾਂ ਸਾਰੇ ਦੇ ਸਾਰੇ 9 ਖੰਡ ਪ੍ਰਿਥਵੀਓਂ ਤਾਰ ਦਿੱਤੀ ਤੇ ਤਰੇ ਤਾਂ ਅੱਜ ਤੱਕ ਸਿੱਖ ਵੀ ਨਹੀਂ ਹੈਗੇ, ਭਾਵ ਕਿ ਸਿੱਧੇ ਰਾਹ ਨਹੀਂ ਪਏ। ਤੇ ਉਹਨਾਂ ਨੇ ਤਾਂ ਰਾਜਾ ਮਹਾਰਾਜਿਆਂ ਦਾ ਮੂੰਹ ਮੋੜਤਾ, ਜਦੋਂ ਕਿ ਰਾਜੇ ਮਹਾਰਾਜੇ ਤਾਂ ਅੱਜ ਵੀ ਜ਼ੁਲਮ ਕਰ ਰਹੇ ਨੇ। ਉਹ ਇੱਕ ਗੱਲ ਨੂੰ ਬਦਲ ਕੇ ਹੋਰ ਪਾਸੇ ਲਾ ਦਿੱਤਾ। ਜੇ ਅੱਜ ਕੋਈ ਸਾਨੂੰ ਆਖੇ ਕਿ ਸਾਡੇ ਮਹਾਪੁਰਖ ਸਾਧੂ ਨੇ ਤੁਹਾਡਾ ਦਰਬਾਰ ਸਾਹਿਬ ਅੰਮ੍ਰਿਤਸਰ ਘੁਮਾ ਦਿੱਤਾ, ਤਾਂ ਅਸੀਂ ਉਹਨੂੰ ਮਾਰਨ ਪੈ ਜਾਾਂਗੇ ਕਿ ਤੂੰ ਇਸ ਤਰ੍ਹਾਂ ਕਿਉਂ ਕਹਿਣਾ। ਤਾਂ ਮੁਸਲਮਾਨ ਸਾਰੇ ਦੇ ਸਾਰੇ ਇਸ ਗੱਲ ਨਾਲ ਸਹਿਮਤ ਨੇ ਕਿ ਇਹ ਕਹਾਣੀ ਝੂਠੀ ਹੈ। ਗੁਰੂ ਨਾਨਕ ਸਾਹਿਬ ਨੇ ਮੱਕਾ ਨਹੀਂ ਘੁਮਾਇਆ ਤੇ ਤੁਸੀਂ ਝੂਠ ਨੂੰ ਸੱਚ ਮੰਨ ਰਹੇ ਹੋ, ਤਾਂ ਤੁਸੀਂ ਬੇਵਕੂਫ ਲੋਕ ਹੋ। ਬਿਲਡਿੰਗਾਂ ਇਸ ਤਰ੍ਹਾਂ ਨਹੀਂ ਘੁੰਮਿਆ ਕਰਦੀਆਂ। ਇਹ ਕਹਾਣੀਆਂ ਝੂਠੀਆਂ ਸਾਡੇ ਦਿਮਾਗਾਂ 'ਚ ਪਾ ਦਿੱਤੀਆਂ। ਚਾਹੀਦਾ ਤਾਂ ਇਹ ਸੀ ਕਿ ਅਸੀਂ ਸਿਆਣਪ ਦੇ ਨਾਲ ਇਹਦੇ ਭਾਵ ਅਰਥ ਲੈਂਦੇ, ਨਾ ਕਿ ਸਿੱਧੇ ਸ਼ਬਦ ਅਰਥ ਲੈਂਦੇ। ਇਹੋ ਜਿਹੀਆਂ ਹੋਰ ਵੀ ਬਹੁਤ ਕਹਾਣੀਆਂ ਨੇ ਜਨਮ ਸਾਖੀਆਂ 'ਚ ਘੜੀਆਂ ਗਈਆਂ ਨੇ ਤੇ ਸਾਡੇ ਦਿਮਾਗਾਂ 'ਚ ਠੋਸੀਆਂ ਗਈਆਂ ਨੇ। ਜੀ ਪ੍ਰੋਫੈਸਰ ਸਾਹਿਬ, ਗੁਰੂ ਸਾਹਿਬਾਨ ਨੇ ਇੱਕ ਗੱਲ ਕੀਤੀ ਕਿ ਨੀਚਾਂ ਅੰਦਰ ਨੀਚ, ਨੀਚਾਂ ਅੰਦਰ ਨੀਚ ਮੈਂ। ਇਹਦੇ ਨਾਲ ਉਹਨਾਂ ਨੇ ਜਿਹੜੀ ਕਿ ਜਾਤ ਪਾਤ ਦਾ ਕੋਡ ਸੀਗਾ ਉਹਦੇ ਖਿਲਾਫ ਇੱਕ ਮੁਹਿੰਮ ਖੜੀ ਕੀਤੀ, ਉਹਨੂੰ ਖਤਮ ਕਰਨ ਦੀ ਗੱਲ ਕੀਤੀ। ਪਰ ਅਸੀਂ ਅੱਜ ਦੇਖੀਏ ਕਿ ਗੁਰੂ ਸਾਹਿਬਾਨ ਦੇ ਜਿਹੜੇ ਆਪਣੇ ਆਪ ਨੂੰ ਇੱਦਾਂ ਕਹੀਏ ਵਾਰਸ ਕਹਿੰਦੇ ਨੇ, ਉਹਨਾਂ ਦੇ ਅੰਦਰ ਜਿਹੜਾ ਜਾਤ ਪਾਤ ਅਤੇ ਜੱਟਵਾਦ ਦਾ ਜਿਹੜਾ ਬੋਲਬਾਲਾ ਉਹ ਬਹੁਤ ਸਿਰੇ ਦੇ ਉੱਪਰ ਹੈਗਾ। ਇਹਦੇ ਬਾਰੇ ਵੀ ਕੁਝ ਦੱਸੋ। ਗੁਰੂ ਸਾਹਿਬ ਨੇ ਬਹੁਤ ਉਪਕਾਰ ਕੀਤੇ, ਸਾਨੂੰ ਇਹ ਸਮਝਾਇਆ ਕਿ ਟੁਕੜਿਆਂ 'ਚ ਵੰਡੇ ਹੋਏ ਲੋਕ ਤੁਸੀਂ ਕਦੇ ਵੀ ਆਪਣੇ ਹੱਕ ਪ੍ਰਾਪਤ ਨਹੀਂ ਕਰ ਸਕੋਗੇ। ਜਾਤ ਪਾਤ ਦੇ ਵਿੱਚ, ਧਰਮਾਂ ਦੇ ਵਿੱਚ, ਇਲਾਕਿਆਂ ਦੇ ਵਿੱਚ, ਬੋਲੀਆਂ ਦੇ ਵਿੱਚ ਵੰਡੇ ਹੋਏ ਲੋਕ ਤੁਸੀਂ ਜਦੋਂ ਇਕੱਠੇ ਨਹੀਂ ਹੋਵੋਗੇ, ਆਪਸ ਦੇ ਵਿੱਚ ਹੀ ਲੜ ਕੇ ਮਰੋਗੇ ਤੇ ਤੁਹਾਡੇ ਹੱਕ ਤੁਹਾਨੂੰ ਨਹੀਂ ਮਿਲਣੇ। ਦੁਸ਼ਮਣ ਤੁਹਾਨੂੰ ਪੈਰਾਂ ਥੱਲੇ ਰੋਲਦਾ ਰਹੇਗਾ। ਗੁਰੂ ਨਾਨਕ ਸਾਹਿਬ ਨੇ ਤਾਂ ਇੱਥੋਂ ਤੱਕ ਆਖਿਆ, ਜਾਤੀ ਦਹਿ ਕਿਆ ਹੱਥ ਸੱਚ ਪਰਖੀ ਹੈ, ਮੋਹਰਾ ਹੋਵੇ ਹੱਥ ਮਰੀਐ ਚੱਖੀ ਹੈ। ਉਹ ਭਾਈ ਜਾਤ ਤਾਂ ਇੱਕ ਜ਼ਹਿਰ ਹੈ, ਜਿਹੜਾ ਤੁਸੀਂ ਆਪਣੀ ਹਥੇਲੀ ਤੇ ਜਾਤ ਰੂਪੀ ਜ਼ਹਿਰ ਰੱਖੀ ਫਿਰਦੇ ਹੋ ਤੇ ਤੁਸੀਂ ਇਹਨੂੰ ਖਾ ਰਹੇ ਹੋ, ਭਾਵ ਕਿ ਜਾਤ ਨੂੰ ਮੰਨ ਰਹੇ ਹੋ, ਤੇ ਤੁਹਾਡਾ ਸਿੱਧਾ ਨੁਕਸਾਨ ਹੀ ਨੁਕਸਾਨ ਹੈ ਇਸ ਜਾਤ ਰੂਪੀ ਜ਼ਹਿਰ ਦੇ ਨਾਲ। ਇੱਥੋਂ ਤੱਕ ਗੁਰਬਾਣੀ 'ਚ ਲਿਖਿਆ, ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਚੱਲਣਾ ਹੈ ਬਹੁਤ ਵਿਕਾਰਾ। ਐ ਮੂਰਖ ਬੰਦੇ, ਤੂੰ ਜਾਤ ਦਾ ਹੰਕਾਰ ਨਾ ਕਰ। ਇਸ ਤੇਰੇ ਜਾਤ ਪਾਤੀ ਹੰਕਾਰ ਦੇ ਕਾਰਨ ਬਹੁਤ ਭੈੜੇ ਨਤੀਜੇ ਨਿਕਲਦੇ ਨੇ। ਤਾਂ ਇੱਥੇ ਤਾਂ ਇਹ ਵੀ ਸਵਾਲ ਪੈਦਾ ਹੁੰਦਾ ਹੈ ਤੇ ਜਿਹੜਾ ਬੰਦਾ ਆਪਣੇ ਆਪ ਨੂੰ, ਚਾਹੇ ਬ੍ਰਾਹਮਣ ਹੈ, ਚਾਹੇ ਜੱਟ ਹੈ, ਚਾਹੇ ਖੱਤਰੀ ਹੈ, ਚਾਹੇ ਸ਼ੂਦਰ ਹੈ, ਤੇ ਕਬੀਰ ਜੀ ਨੇ ਇੱਥੋਂ ਤੱਕ ਆਖਿਆ ਗੁਰਬਾਣੀ 'ਚ ਕਿ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਠ ਕਾਹੇ ਨਹੀਂ ਆਇਆ। ਜੇ ਤੂੰ ਸੱਚਮੁੱਚ ਉੱਚੀ ਜਾਤ ਵਾਲਾ ਹੈ ਭਾਈ, ਤੂੰ ਕਿਸੇ ਹੋਰ ਰਸਤੇ ਕਿਉਂ ਨਹੀਂ ਜੰਮਿਆ। ਜਿੱਥੇ ਆਮ ਇਨਸਾਨ ਬੱਚਾ ਜਨਮ ਲੈਂਦਾ ਮਾਂ ਦੇ ਪੇਟ 'ਚੋਂ, ਤੇ ਹੇ ਬ੍ਰਾਹਮਣ, ਹੇ ਪੁਜਾਰੀ, ਤੂੰ ਵੀ ਤਾਂ ਉਸੇ ਤਰ੍ਹਾਂ ਜਨਮ ਲਿਆ। ਜੇ ਤੂੰ ਵੱਖਰਾ ਹੈ ਤੇ ਉੱਚਾ ਹੈ, ਤੂੰ ਕਿਸੇ ਹੋਰ ਤਰੀਕੇ ਕਿਉਂ ਨਹੀਂ ਜੰਮਿਆ। ਫਿਰ ਇਸੇ ਤਰ੍ਹਾਂ ਤੇਰੀਆਂ ਨਾੜਾਂ ਦੇ ਵਿੱਚ ਕਿਹੜਾ ਦੁੱਧ ਵਗਦਾ ਹੈ, ਉਹੀ ਖੂਨ ਮੇਰੀਆਂ ਨਾੜਾਂ 'ਚ ਹੈ, ਉਹੀ ਖੂਨ ਤੇਰੀਆਂ ਨਾੜਾਂ 'ਚ ਹੈ। ਇੱਥੋਂ ਤੱਕ ਮੈਂ ਤਾਂ ਤਜਰਬੇ ਦੇ ਨਾਲ ਇਹ ਗੱਲ ਕਹਿ ਸਕਦਾ, ਔਰਤ ਅਤੇ ਪੁਰਸ਼ ਦਾ ਵੀ ਆਪਸ ਦੇ ਵਿੱਚ ਖੂਨ ਸਾਂਝਾ ਹੈ। ਔਰਤ ਦਾ ਖੂਨ ਬਿਮਾਰੀ ਦੇ ਟਾਈਮ ਤੇ ਲੋੜ ਵੇਲੇ ਆਦਮੀ ਨੂੰ ਚਾੜਿਆ ਜਾ ਸਕਦਾ ਹੈ। ਆਦਮੀ ਦਾ ਖੂਨ ਲੋੜ ਵੇਲੇ ਔਰਤ ਦੀਆਂ ਨਾੜੀਆਂ 'ਚ ਚਾੜਿਆ ਜਾ ਸਕਦਾ ਹੈ। ਇਸੇ ਤਰ੍ਹਾਂ ਸ਼ੂਦਰ ਦਾ ਖੂਨ, ਚਾਹੇ ਬ੍ਰਾਹਮਣ ਹੈ ਚਾਹੇ ਖੱਤਰੀ ਹੈ, ਜੇ ਉਹਦਾ ਨੰਬਰ ਮਿਲ ਗਿਆ ABC ਜਿਹੜਾ ਹੁੰਦਾ ਹੈ, ਤਾਂ ਉਹ ਸ਼ੂਦਰ ਦਾ ਖੂਨ ਬ੍ਰਾਹਮਣ ਦੇ ਨਾੜੀਆਂ 'ਚ ਵੀ ਚਾੜਿਆ ਜਾ ਸਕਦਾ। ਇੱਕੋ ਜਿਹਾ ਖੂਨ ਹੁੰਦਾ ਹੈ ਤੇ ਬ੍ਰਾਹਮਣ ਦਾ ਖੂਨ ਸ਼ੂਦਰ ਨੂੰ ਵੀ ਚਾੜਿਆ ਜਾ ਸਕਦਾ ਹੈ। ਇਹ ਤਾਂ ਇਹਨਾਂ ਪੁਜਾਰੀਆਂ ਨੇ ਪਾਟੋ ਧਾੜ ਸਾਡੇ 'ਚ ਤਾਂ ਪਾਈ ਹੈ ਤਾਂ ਕਿ ਅਸੀਂ ਇਸੇ ਤਰ੍ਹਾਂ ਵੰਡੇ ਰਹੀਏ। ਪਰ ਬਾਬਾ ਨਾਨਕ ਨੇ ਸਾਨੂੰ ਇੰਨਾ ਪਹਿਲਾਂ ਮੱਤ ਦਿੱਤੀ ਸੀ, ਉਹ ਮੱਤ ਅਸੀਂ ਲਈ ਨਹੀਂ। ਭਾਵੇਂ ਲੰਗਰ ਬੈਠ ਕੇ ਸਾਂਝਾ ਅਸੀਂ ਸਾਰੇ ਛਕ ਲੈਂਦੇ ਹਾਂ, ਕਿਤੇ ਸਰੋਵਰਾਂ 'ਚ ਵੀ
ਤੇ ਰਸਮ ਪੂਰਤੀ ਵਾਸਤੇ ਇਸ਼ਨਾਨ ਕਰ ਲੈਨੇ ਆ ਤੇ ਪੰਜਾਂ ਪਿਆਰਿਆਂ ਤੋਂ ਰਲ ਮਿਲ ਕੇ ਖੰਡੇ ਕੀ ਪਹੁਲ ਵੀ ਛਕ ਲੈਨੇ ਆ, ਪਰ ਜਾਤ ਪਾਤ ਨੂੰ ਆਪਣੇ ਦਿਮਾਗ ਚੋਂ ਅੱਜ ਤੱਕ ਕੱਢ ਨਹੀਂ ਸਕੇ। ਗੁਰਦੁਆਰੇ ਅੱਡੋ ਅੱਡ, ਰਵਿਦਾਸੀਆਂ ਦਾ ਅੱਡ, ਛਿੰਬਿਆਂ ਦਾ ਅੱਡ, ਰਾਮਗੜੀਆਂ ਦਾ ਅੱਡ, ਜੱਟਾਂ ਦਾ ਵੱਖਰਾ। ਇੱਥੇ ਨਾਭੇ ਮੈਂ ਦੇਖ ਚੁੱਕਿਆ, ਜਿਹੜੀ ਦਾਣਾ ਮੰਡੀ ਦੇ ਵਿੱਚ ਨਾਭੇ ਵਿਖੇ, ਉੱਥੇ ਭਗਤ ਧੰਨਾ ਜੱਟ ਕਰਕੇ ਗੁਰਦੁਆਰੇ ਦਾ ਨਾਮ ਰੱਖਿਆ ਹੋਇਆ ਤੇ ਕਹਿੰਦੇ ਇਹ ਜੱਟਾਂ ਦਾ ਗੁਰਦੁਆਰਾ ਹੈ। ਗੱਲ ਕੀ, ਸਿੱਖਾਂ ਨੇ ਗੁਰਬਾਣੀ ਨੂੰ ਪੜ੍ਹਿਆ ਅਤੇ ਸਮਝਿਆ ਨਹੀਂ, ਲਾਗੂ ਨਹੀਂ ਕੀਤਾ। ਗੁਰਬਾਣੀ ਦੇ ਰਾਹੀਂ ਮਾਇਆ ਬਹੁਤ ਕਮਾ ਲਈ ਤੇ ਗੁਰਬਾਣੀ ਦੇ ਰਾਹੀਂ ਪੂਜਾ ਦਾ ਧਨ ਇਕੱਠਾ ਕਰਕੇ ਆਪਣੀਆਂ ਗੋਗੜਾਂ ਬਹੁਤ ਭਰ ਲੀਆਂ, ਪਰ ਸਮਾਜ ਦੇ ਭਲੇ ਵਾਸਤੇ, ਜਾਤ ਪਾਤ ਨੂੰ ਮਿਟਾਉਣ ਵਾਸਤੇ ਕੋਈ ਵੀ ਕਾਰਜ ਨਹੀਂ ਕੀਤਾ ਗਿਆ। ਬਸ ਇੰਨਾ ਕੁ ਤਾਂ ਕਹਿ ਸਕਦੇ ਹਾਂ ਕਿ ਬਾਕੀ ਸੂਬਿਆਂ ਨਾਲੋਂ ਪੰਜਾਬ ਦੇ ਵਿੱਚ ਜਾਤ ਪਾਤ ਦਾ ਕੋੜ ਹੈ ਉਹ ਘੱਟ ਹੈ, ਪਰ ਹੈ ਇੱਥੇ ਅਜੇ ਬਹੁਤ। ਜੀ ਬਿਲਕੁਲ ਬਿਲਕੁਲ, ਤੁਸੀਂ ਸਹੀ ਗੱਲ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਦਿਸ਼ਾ ਜ਼ਰੂਰ ਦਿੱਤੀ, ਲੇਕਿਨ ਅਸੀਂ ਉਸ ਦਿਸ਼ਾ ਦੇ ਵਿੱਚ ਜਿਹੜਾ ਚੱਲਣ ਤੋਂ ਖੁੰਝ ਰਹੇ ਹਾਂ ਤੇ ਸਾਨੂੰ ਉਹਨਾਂ ਨੂੰ ਸਹੀ ਤਰੀਕੇ ਨਾਲ ਜਿਹੜਾ ਅਪਣਾਉਣਾ ਚਾਹੀਦਾ। ਜਾਤ ਪਾਤ ਦਾ ਕੋਡ ਜਿਹੜਾ ਹੈਗਾ ਉਹਨੂੰ ਵੱਢਣਾ ਚਾਹੀਦਾ, ਇਹ ਬਿਲਕੁਲ ਗਲਤ ਹੈ। ਤੇ ਅਗਲੀ ਗੱਲ ਪ੍ਰੋਫੈਸਰ ਸਾਹਿਬ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗਾ ਕਿ ਗੁਰੂ ਸਾਹਿਬਾਨ ਨੇ ਜਿਹੜੀ ਔਰਤ ਹੈ, ਨਾਰੀ ਹੈ, ਉਸ ਨੂੰ ਬਰਾਬਰ ਦਾ ਦਰਜਾ ਦਿੱਤਾ, ਉਹਨੂੰ ਬੜਾ ਉੱਤਮ ਦੱਸਿਆ, ਲੇਕਿਨ ਸਾਡੇ ਸਿੱਖ ਸਮਾਜ ਦੇ ਵਿੱਚ ਅਸੀਂ ਦੇਖੀਏ ਤਾਂ ਔਰਤ ਦੀ ਜਿਹੜੀ ਹਾਲਤ ਹੈਗੀ ਉਹ ਹਲੇ ਤੱਕ ਵੀ ਬਰਾਬਰੀ ਤੱਕ ਨਹੀਂ ਪਹੁੰਚ ਪਾਈ। ਇਹਦੇ ਬਾਰੇ ਤੁਸੀਂ ਕੀ ਕਹੋਗੇ? ਬਿਲਕੁਲ ਠੀਕ ਗੱਲ ਹੈ ਤੁਹਾਡੀ, ਪਰ ਹੈਰਾਨੀ ਹੁੰਦੀ ਹੈ ਕਿ ਤਕਰੀਬਨ 500 ਸਾਢੇ 500 ਸਾਲ ਪਹਿਲਾਂ ਬਾਬਾ ਨਾਨਕ ਜੀ ਨੇ ਇੰਨੀਆਂ ਅਗਾਂਹ ਵਧੂ ਗੱਲਾਂ ਕਰ ਦਿੱਤੀਆਂ ਤੇ ਅੱਜ ਤੱਕ ਅਸੀਂ ਉਹਨੂੰ ਲਾਗੂ ਕਰਨ ਦੇ ਯੋਗ ਨਹੀਂ ਬਣ ਸਕੇ। ਉਹਨਾਂ ਜ਼ਮਾਨਿਆਂ 'ਚ ਮਾਤਾ ਖੀਵੀ ਜੀ, ਗੁਰੂ ਅੰਗਦ ਸਾਹਿਬ ਦੀ ਸੁਪਤਨੀ, ਉਹ ਇੰਨੇ ਅੱਗੇ ਵੱਧ ਕੇ ਸੰਗਤਾਂ ਦੀ ਸੇਵਾ ਕਰਦੀ ਸੀ ਤੇ ਪ੍ਰਬੰਧਕੀ ਕੰਮ ਸੰਭਾਲਦੇ ਸੀ ਤੇ ਉਹਨਾਂ ਦਾ ਨਾਮ ਗੁਰਬਾਣੀ ਦੇ ਵਿੱਚ ਵੀ ਆਇਆ ਹੋਇਆ ਹੈ, ਮਾਤਾ ਖੀਵੀ ਨੇਕ ਜਨ ਜਿਨ ਬਹੁਤੀ ਛਾਂ ਪਤਰਾਲੀ। ਭਾਵ ਕਿ ਮਾਤਾ ਖੀਵੀ ਬਹੁਤ ਨੇਕ ਇਨਸਾਨ ਹੈ, ਜਿਹਨੇ ਬਹੁਤ ਉਹਦੇ ਤੇ ਰੱਬ ਦੀ ਕਿਰਪਾ ਹੈ। ਇਹ ਭਾਵਨਾ ਪ੍ਰਗਟ ਕੀਤੀ ਗਈ ਹੈ ਸੱਤੇ ਬਲਵੰਡ ਨੇ। ਤੇ ਬਾਕੀ ਗੁਰੂਆਂ ਨੇ ਮਾਤਾਵਾਂ ਨੂੰ, ਬੀਬੀਆਂ ਨੂੰ ਬਹੁਤ ਆਦਰ ਦਿੱਤਾ। ਬੇਬੇ ਨਾਨਕੀ ਦਾ, ਮਾਤਾ ਤ੍ਰਿਪਤਾ ਦਾ ਅਸੀਂ ਸਤਿਕਾਰ ਨਾਲ ਨਾਮ ਲੈਂਦੇ ਹਾਂ। ਇਸੇ ਤਰ੍ਹਾਂ ਅੱਗੋਂ ਹੋਰ ਬਹੁਤ ਸਾਰੀਆਂ ਬੀਬੀਆਂ ਹੋਈਆਂ, ਭਾਵੇਂ ਕਿ ਜਿੰਨਾ ਅੱਗੇ ਆਉਣਾ ਚਾਹੀਦਾ ਸੀ ਉਹਨਾਂ ਜ਼ਮਾਨਿਆਂ 'ਚ ਹਾਲਾਤ ਯੋਗ ਨਹੀਂ ਸੀ, ਉਨੀਆਂ ਅੱਗੇ ਤਾਂ ਨਹੀਂ ਆ ਸਕੀਆਂ, ਪਰ ਅੱਜ ਤੱਕ ਸਿੱਖ ਉਹਨਾਂ ਅਸੂਲਾਂ ਨੂੰ ਲਾਗੂ ਨਹੀਂ ਕਰ ਸਕੇ ਜਿਹੜੇ ਗੁਰਬਾਣੀ 'ਚ ਮੌਜੂਦ ਨੇ। ਮੇਰਾ ਜ਼ਿੰਦਗੀ ਦਾ ਤਜਰਬਾ ਹੈ, ਪੰਜਾਂ ਪਿਆਰਿਆਂ ਦੇ ਵਿੱਚ ਖੰਡੇ ਕੀ ਪਹੁਲ ਛਕਾਉਣ ਵਾਸਤੇ ਇਹ ਜਿਹੜੇ ਪੁਜਾਰੀ ਤਬਕਾ ਹੈ ਸਿੱਖਾਂ ਦੇ ਵਿੱਚ, ਇਹ ਬੀਬੀਆਂ ਨੂੰ ਖੰਡੇ ਕੀ ਪਹੁਲ ਛਕਾਉਣ ਵਾਸਤੇ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਕਰਨ ਨੂੰ ਤਿਆਰ ਨਹੀਂ ਹੈ। ਇਸੇ ਤਰ੍ਹਾਂ ਜੇ ਨਗਰ ਕੀਰਤਨ ਕਿਤੇ ਨਿਕਲਦਾ ਉਹਦੇ ਵਿੱਚ 5 ਸਿੰਘ ਅੱਗੇ ਝੰਡੇ ਲੈ ਕੇ, ਕਿਰਪਾਨਾਂ ਲੈ ਕੇ ਚੱਲਦੇ ਨੇ। ਹਾਲਾਂਕਿ ਕੋਈ ਬਹੁਤ ਮਹੱਤਵਪੂਰਨ ਕੰਮ ਨਹੀਂ ਹੈ, ਪਰ ਬੀਬੀਆਂ ਨੂੰ ਉਹਦੇ ਵਿੱਚ ਵੀ ਸ਼ਾਮਲ ਨਹੀਂ ਕੀਤਾ ਜਾਂਦਾ। ਕਈ ਸਾਰੇ ਡੇਰਿਆਂ ਦੇ ਵਿੱਚ ਬੀਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠ ਕੇ ਪਾਠ ਨਹੀਂ ਕਰਨ ਦਿੱਤਾ ਜਾਂਦਾ। ਹਾਂਜੀ, ਇਹਦੇ 'ਚ ਅਗਲਾ ਹਿੱਸਾ ਇਹਦਾ ਆਪਾਂ ਇਹ ਮੈਂ ਬੇਨਤੀ ਕਰਨੀ ਚਾਹੁੰਦਾ, ਜ਼ਿੰਦਗੀ ਦਾ ਅੱਧਾ ਹਿੱਸਾ, ਅੱਧੀ ਆਬਾਦੀ ਸਾਰੀ ਦੁਨੀਆ ਦੇ ਵਿੱਚ ਲਗਭਗ ਔਰਤਾਂ ਦੀ ਹੈ ਤੇ ਅੱਧੀ ਆਬਾਦੀ ਨੂੰ, ਬਾਕੀ ਤਾਂ ਲੋਕਾਂ ਦੀ ਗੱਲ ਆਪਾਂ ਪਾਸੇ ਰੱਖ ਦਈਏ, ਜੇ ਸਿੱਖਾਂ ਨੇ ਨਜ਼ਰ ਅੰਦਾਜ਼ ਕੀਤਾ ਹੋਇਆ ਤਾਂ ਇਹਦਾ ਮਤਲਬ ਹੈ ਆਪਣੀ ਗਿਣਤੀ ਅੱਧੀ ਤਾਂ ਬਿਨਾਂ ਕਿਸੇ ਵੱਡੇ ਕਾਰਨ ਤੋਂ ਆਪਣੇ ਆਪ ਅਸੀਂ ਘਟਾ ਦਿੱਤੀ। ਫਿਰ ਔਰਤਾਂ ਨੇ ਘਰ ਦੇ ਵਿੱਚ ਬੱਚਿਆਂ ਦੀ ਸਾਂਭ ਸੰਭਾਲ ਤੇ ਉਹਨਾਂ ਨੂੰ ਚੰਗੀ ਸਿੱਖਿਆ ਦੇਣ ਵਾਸਤੇ ਜਿਹੜਾ ਮੁੱਢਲਾ ਕੰਮ ਹੈ ਇਹ ਔਰਤਾਂ ਦਾ ਹੁੰਦਾ ਹੈ। ਤੇ ਜੇ ਔਰਤਾਂ ਆਪ ਹੀ ਸਮਝਦਾਰ ਨਹੀਂ ਬਣੀਆਂ, ਪੜ੍ਹੀਆਂ ਲਿਖੀਆਂ ਨਹੀਂ ਹੈਗੀਆਂ, ਉਹਨਾਂ ਨੂੰ ਪੂਰੇ ਅਧਿਕਾਰ ਨਹੀਂ ਹੈਗੇ, ਉਹਨਾਂ ਨੂੰ ਡਰਾ ਕੇ, ਕਮਜ਼ੋਰ ਕਰਕੇ ਤੇ ਉਹਨਾਂ ਨੂੰ ਪ੍ਰੈਸ਼ਰ ਦੇ ਵਿੱਚ ਰੱਖਿਆ ਗਿਆ, ਤਾਂ ਬੱਚਿਆਂ ਨੇ ਵੀ ਉਸੇ ਤਰ੍ਹਾਂ ਦੇ ਹੋ ਜਾਣਾ ਹੈ। ਖਾਸ ਕਰਕੇ ਲੜਕੀਆਂ ਨੇ ਤਾਂ ਘਰ ਦੇ ਅੰਦਰ ਹੀ ਰਹਿਣਾ ਤੇ ਮਾਤਾਵਾਂ ਤੋਂ ਸਿੱਖ ਕੇ ਉਹੋ ਜਿਹੀਆਂ ਡਰੀਆਂ ਹੋਈਆਂ, ਘਬਰਾਈਆਂ ਹੋਈਆਂ ਉਹਨਾਂ ਨੇ ਬਣ ਜਾਣਾ ਹੈ। ਤੇ ਫਿਰ ਔਰਤਾਂ ਨੂੰ ਅਸੀਂ ਤਾਂ ਜਿਹੜੇ ਸਿੱਖਾਂ ਦੀ ਮੈਂ ਗੱਲ ਕਰ ਰਿਹਾ, ਤਕਰੀਬਨ ਜ਼ਮੀਨ ਜਾਇਦਾਦ ਦੇ ਵਿੱਚੋਂ ਹਿੱਸਾ ਘੱਟ ਤੋਂ ਘੱਟ ਲੋਕ ਨੇ ਜਿਹੜਾ ਕੋਈ ਦਿੰਦਾ ਹੋਵੇ। ਜਿਹੜਾ ਘਰ ਹੈ ਉਹ ਕਿਸੇ ਔਰਤ ਦੇ ਨਾਮ ਤੇ ਪਲਾਟ ਘੱਟ ਵੱਧ ਹੀ ਹੁੰਦਾ ਹੈ। ਗੱਡੀ ਚਲਾਉਣ ਵਾਲੀਆਂ ਔਰਤਾਂ ਨੂੰ ਬਹੁਤ ਘੱਟ ਮੌਕਾ ਦਿੱਤਾ ਜਾਂਦਾ ਹੈ। ਭਾਵੇਂ ਸ਼ਹਿਰਾਂ ਦੇ ਵਿੱਚ ਹੁਣ ਕੁਝ ਹੱਦ ਤੱਕ ਕੋਈ ਚੱਲਿਆ ਇਹ ਰੁਝਾਨ, ਪਰ ਅਜੇ ਵੀ ਬਹੁਤ ਥੋੜਾ ਹੈ। ਇੱਥੇ ਬੇਨਤੀ ਇਹ ਹੈ ਕਿ ਜੇ ਔਰਤਾਂ ਇਹੋ ਜਿਹੇ ਕੰਮਾਂ 'ਚ ਸਾਹਮਣੇ ਲਿਆਉਣਗੇ ਸਿੱਖ ਭਾਈ,
ਤਾਂ ਇਹਨਾਂ ਦਾ ਆਪਣਾ ਫਾਇਦਾ ਹੋਵੇਗਾ, ਘਰ ਦੀਆਂ ਲੋੜਾਂ ਪੂਰੀਆਂ ਕਰਨਗੀਆਂ, ਨੌਕਰੀਆਂ ਤੇ ਜਾਣਗੀਆਂ, ਹੋਰ ਅਨੇਕਾਂ ਕੰਮਾਂ ਤੇ ਔਰਤਾਂ ਜਦੋਂ ਘਰੋਂ ਨਿਕਲਣਗੀਆਂ, ਸਮਾਜ ਦਾ ਵੀ ਸੁਧਾਰ ਹੋਵੇਗਾ, ਔਰਤਾਂ ਦੀ ਆਪਣੀ ਜ਼ਿੰਦਗੀ ਵੀ ਉੱਚੀ ਹੋਵੇਗੀ ਤੇ ਅਸੀਂ ਮਾਣ ਨਾਲ ਕਹਿ ਸਕਾਂਗੇ ਸਾਡੀਆਂ ਧੀਆਂ ਨੂੰਹਾਂ ਆਦਿਕਾਂ ਅੰਦਰ ਵੜ ਕੇ ਬੈਠਣ ਵਾਲੀਆਂ ਕਮਲੀਆਂ ਨਹੀਂ ਹੈਗੀਆਂ, ਉਹ ਵੀ ਦਲੇਰ ਨੇ, ਸਿਆਣੀਆਂ ਨੇ, ਅਗਾਂਹ ਵਧੂ ਨੇ, ਸਮਾਜ ਨੂੰ ਉੱਚਾ ਚੁੱਕਣ 'ਚ ਯੋਗਦਾਨ ਪਾ ਰਹੀਆਂ ਨੇ, ਆਰਥਿਕ ਤੌਰ ਤੇ ਸਾਨੂੰ ਮਜ਼ਬੂਤ ਕਰ ਰਹੀਆਂ ਨੇ। ਇਹ ਬਹੁਤ ਕੁਝ ਉਹ ਕੰਮ ਹੋ ਸਕਦੇ ਨੇ ਜਿਹੜੇ ਇਕੱਲਾ ਆਦਮੀ ਨਹੀਂ ਕਰ ਸਕਦਾ। ਤੇ ਇੱਥੋਂ ਤੱਕ ਜੇ ਘਰ ਦੇ ਵਿੱਚ ਔਰਤ ਕਿਸੇ ਕਾਰਨ ਕਰਕੇ ਨਾ ਹੋਵੇ, ਉਹ ਘਰ ਉੱਜੜ ਜਾਂਦਾ ਹੈ, ਸਾਧਾਂ ਦਾ ਡੇਰੇ ਵਾਂਗੂ ਬਣ ਜਾਂਦਾ ਹੈ ਤੇ ਔਰਤਾਂ ਨਾਲ ਹੀ ਘਰ ਬਸਦੇ ਨੇ, ਸਮਾਜ ਬਣਦੇ ਨੇ। ਤੇ ਅਸੀਂ ਸਿੱਖਾਂ ਨੇ ਗੁਰੂ ਦੀ ਗੱਲ ਵੀ ਨਹੀਂ ਮੰਨੀ ਤੇ ਆਪਣਾ ਫਾਇਦਾ ਵੀ ਨਹੀਂ ਸੋਚਿਆ ਕਿ ਸਾਡਾ ਇਹਦੇ ਵਿੱਚ ਕਿੰਨਾ ਫਾਇਦਾ ਹੈ। ਅਸੀਂ ਵੀ ਆਲੇ ਦੁਆਲੇ ਵੇਖ ਕੇ ਔਰਤਾਂ ਨਾਲ ਉਹੀ ਸਲੂਕ ਕੀਤਾ ਜਿਹੜੇ ਸਾਡੇ ਨੇੜੇ ਤੇੜੇ ਬਾਕੀ ਸਮਾਜ ਕਰ ਰਹੇ ਹੈ। ਗੁਰੂ ਦੀ ਗੱਲ ਮੰਨ ਕੇ ਸਾਨੂੰ ਤਾਂ ਚਾਹੀਦਾ ਸੀ ਬੀਬੀਆਂ ਨੂੰ ਬਰਾਬਰ ਦਾ ਅਧਿਕਾਰ ਦੇਣਾ, ਪੜ੍ਹਨ ਲਿਖਣ ਦੇ ਮੌਕੇ ਦੇਣੇ ਤੇ ਹਰ ਤਰ੍ਹਾਂ ਦੀ ਉਹਨਾਂ ਦੀ ਸੁਰੱਖਿਆ ਕਰਨੀ ਤਾਂ ਕਿ ਉਹ ਵੀ ਸਮਾਜ ਦੇ ਵਿੱਚ ਬਣਦਾ ਯੋਗਦਾਨ ਪਾ ਸਕਣ। ਗੁਰੂ ਨਾਨਕ ਸਾਹਿਬ ਦੀਆਂ ਪੰਕਤੀਆਂ ਪੜ੍ਹ ਕੇ ਸੁਣਾ ਦੇਣੀਆਂ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਇਹਦਾ ਕੋਈ ਫਾਇਦਾ ਨਹੀਂ ਹੋਣਾ ਜੇ ਤੁਸੀਂ ਇਹਨਾਂ ਨੂੰ ਆਪਣੇ ਸਮਾਜ 'ਚ ਲਾਗੂ ਨਹੀਂ ਕੀਤਾ। ਖਾਸ ਕਰਕੇ ਪ੍ਰਚਾਰਕਾਂ ਦਾ, ਪ੍ਰਬੰਧਕਾਂ ਦਾ ਤੇ ਸ਼੍ਰੋਮਣੀ ਕਮੇਟੀ ਦਾ ਵੱਡਾ ਫਰਜ਼ ਬਣਦਾ ਹੈ ਕਿ ਇਸ ਪਾਸੇ ਫੌਰੀ ਤੌਰ ਤੇ ਧਿਆਨ ਦੇਣ। ਜੀ ਪ੍ਰੋਫੈਸਰ ਸਾਹਿਬ, ਇੱਕ ਪਾਸੇ ਗੁਰੂ ਸਾਹਿਬ ਨੇ ਕਿਰਤ ਕਰਨ ਦਾ ਜਿਹੜਾ ਸਿੱਖਿਆ ਦਿੱਤੀ ਤੇ ਦੂਸਰੇ ਪਾਸੇ ਗੁਰੂ ਸਾਹਿਬ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਉਸ ਜਿਹੜਾ ਕਿ ਇਨਸੀਡੈਂਟ ਹੈ ਜਿਹਦੇ ਵਿੱਚ ਕਿਹਾ ਜਾਂਦਾ ਕਿ ਉਹਨਾਂ ਨੇ ਭੁੱਖੇ ਸਾਧੂਆਂ ਨੂੰ ਜਿਹੜਾ ਕਿ ਖਾਣਾ ਖਵਾਇਆ। ਤੇ ਇਹਦੇ ਵਿੱਚ ਕਿਤੇ ਤੁਹਾਨੂੰ ਜਿਹੜਾ ਆਪਸ ਦੇ ਵਿੱਚ ਕੰਟਰੋਵਰਸੀ ਜਾਂ ਵਿਵਾਦ ਨਹੀਂ ਜਾਪਦਾ? ਕੀ ਹੈ ਇਹਦੇ ਪਿੱਛੇ ਅਸਲੀ ਗੱਲ? ਬਿਲਕੁਲ ਇਹ ਵਿਵਾਦਿਤ ਗੱਲ ਹੈ ਜੀ। ਇਹ ਸਾਧਾਂ ਸੰਤਾਂ ਨੇ ਆਪ ਗੱਲ ਜਨਮ ਸਾਖੀਆਂ ਤੋਂ ਲੈ ਕੇ ਪ੍ਰਚਾਰੀ ਹੈ, ਘੜੀ ਹੈ। ਮੈਂ ਕੁਝ ਸਾਧਾਂ ਨੂੰ ਇਸ ਕੰਮ ਤੇ ਜਦੋਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਆਉਣ ਦੇ ਨੇੜੇ ਤੇੜੇ ਇਹ ਗਲੀਆਂ ਦੇ ਵਿੱਚ ਢੋਲਕੀਆਂ ਛੈਣੇ ਵਜਾ ਕੇ ਫਿਰਦੇ ਨੇ ਕਿ ਬਾਬਾ ਨਾਨਕ ਦੀ ਜੈ ਹੋਵੇ, ਗੁਰਪੁਰਬ ਮਨਾਓ ਵਗੈਰਾ ਵਗੈਰਾ, ਤੇ ਫਿਰ ਉਹ ਭੇਟਾ ਪੂਜਾ ਇਕੱਠੀ ਕਰਦੇ ਨੇ। ਮੈਂ ਕੋਈ ਸਾਧਾਂ ਨੂੰ ਘੇਰ ਲਿਆ, ਉਹਨਾਂ ਨੂੰ ਰੋਕਿਆ ਇਸ ਕੰਮ ਤੋਂ ਤੇ ਮੈਂ ਕਿਹਾ ਇਹ ਤਾਂ ਗੁਰੂ ਦੀ ਬਾਣੀ ਦੇ ਉਲਟ ਹੈ। ਉਹ ਕਹਿੰਦੇ ਗਿਆਨੀ ਜੀ ਭਾਵੇਂ ਬਾਣੀ ਦੇ ਉਲਟ ਹੈ ਪਰ ਸਾਡੀ ਦੁਕਾਨ ਚੱਲ ਗਈ। ਮੈਂ ਕਿਹਾ ਕਿਵੇਂ? ਅਸੀਂ ਤਾਂ ਪ੍ਰਚਾਰ ਜ਼ੋਰ ਸ਼ੋਰ ਨਾਲ ਕਰ ਰਹੇ ਹਾਂ। ਕਹਿੰਦੇ ਜਿੰਨਾ ਮਰਜ਼ੀ ਜ਼ੋਰ ਲਾ ਲਓ, 50 ਸਾਲ ਤਾਂ ਹੋਰ ਅਸੀਂ ਮੁਕਦੀਆਂ ਖਾਈ ਲਵਾਂਗੇ ਕਿਉਂਕਿ ਲੋਕਾਂ ਦੇ ਮਨਾਂ 'ਚ ਗੱਲ ਬੈਠ ਗਈ ਹੋਈ ਹੈ। ਤੋ ਇਸੇ ਤਰ੍ਹਾਂ ਇਹ ਪੁਜਾਰੀ ਤਬਕੇ ਨੇ ਇਹੋ ਜਿਹੀਆਂ ਕਹਾਣੀਆਂ ਆਮ ਲੋਕਾਂ ਦੇ ਮਨਾਂ 'ਚ ਬਿਠਾ ਦਿੱਤੀਆਂ, ਜਦੋਂ ਕਿ ਗੁਰਬਾਣੀ ਕਹਿੰਦੀ ਹੈ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੈ ਸੇ। ਇਹ ਜਿਹੜਾ ਭੁੱਖੇ ਸਾਧੂਆਂ ਨੂੰ, ਮੁਕਤ ਖੋਰਿਆਂ ਨੂੰ ਗੁਰੂ ਨਾਨਕ ਸਾਹਿਬ ਨੇ ਇਹ ਕਿਉਂ ਨਾ ਪੁੱਛਿਆ ਕਿ ਤੁਸੀਂ ਭਾਈ ਕੰਮ ਕਿਉਂ ਨਹੀਂ ਕਰਦੇ? ਸਮਾਜ ਦੇ ਵਿੱਚ ਕੋਈ ਭਲੇ ਕੰਮ ਕਰੋ, ਖੇਤੀ ਕਰੋ ਜਾਂ ਕੋਈ ਵੀ ਦੁਕਾਨਦਾਰੀ ਆਦਿ ਹੋਰ ਕੰਮ ਕਰੋ, ਤੁਹਾਨੂੰ ਮੈਂ ਮੁਕਤੀਆਂ ਕਿਉਂ ਖਵਾਵਾਂ? ਮੈਂ ਤੇ ਆਪ ਕਿਰਤ ਕਰਦਾ ਤੇ ਲੋਕਾਂ ਨੂੰ ਕਿਰਤ ਕਰਨ ਦਾ ਉਪਦੇਸ਼ ਕਰਦਾ। ਤੇ ਉਹਨਾਂ ਨੂੰ ਵੀ ਆਪਣਾ ਘਰ ਲੁਟਾ ਕੇ ਮਾਰ ਪੈਂਦੀ ਵਿਖਾ ਦਿੱਤੀ ਕਿ ਉਹਨਾਂ ਦੇ ਪਿਤਾ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਚਪੇੜਾਂ ਮਾਰੀਆਂ, ਕੁੱਟਿਆ ਮਾਰਿਆ। ਤੇ ਇਹਨਾਂ ਮੂਰਖ ਪ੍ਰਚਾਰਕਾਂ ਨੂੰ ਤੇ ਲਿਖਾਰੀਆਂ ਨੂੰ ਇਹ ਵੀ ਅਕਲ ਨਹੀਂ ਆਈ ਕਿ ਆਪਣੇ ਏਡੇ ਵੱਡੇ ਮਹਾਨ ਬਾਬਾ ਜੀ ਦੇ ਮਾਰ ਤਾਂ ਨਾ ਪਵਾਓ, ਚਪੇੜਾਂ ਤਾਂ ਨਾ ਪਵਾਓ, ਉਹਦਾ ਅਪਮਾਨ ਤਾਂ ਨਾ ਕਰਵਾਓ। ਸਾਧ ਸੰਤ ਵੱਡੇ ਬਣ ਕੇ ਬਹਿ ਗਏ, ਗੁਰੂ ਨਾਨਕ ਸਾਹਿਬ ਕਮਲੇ ਹੈਗੇ ਹੋ ਗਏ ਤੇ ਉਹ ਮਾਰ ਖਾ ਰਹੇ ਨੇ। ਇਹ ਤੋਂ ਤਾਂ ਕੁਝ ਨਾ ਕੋਈ ਸ਼ਰਮ ਕਰ ਲੋ। ਤੇ ਇਹ ਨਰੋਲ ਕਹਾਣੀ ਝੂਠੀ ਹੈ, ਇਹ ਸਾਧਾਂ ਦੀ ਜਨਮ ਸਾਖੀਆਂ ਦੇ ਵਿੱਚੋਂ ਉਭਾਰੀ ਗਈ ਹੈ। ਇਹਨਾਂ ਕਹਾਣੀਆਂ ਤੋਂ ਸਾਨੂੰ ਪੂਰੀ ਤਰ੍ਹਾਂ ਮੁਕਤ ਹੋ ਜਾਣਾ ਚਾਹੀਦਾ ਹੈ। ਇਹਨਾਂ ਕਹਾਣੀਆਂ ਦੀ ਬਦੌਲਤੀ ਅੱਜ ਲੋੜਵੰਦਾਂ ਤੱਕ ਤਾਂ ਲੰਗਰ ਖਾਣਾ ਘੱਟ ਤੋਂ ਘੱਟ ਪਹੁੰਚੇਗਾ। ਉਂਝ ਸੜਕਾਂ ਤੇ ਲੰਗਰ ਹਰ ਕੋਈ ਲਾਈ ਬੈਠਾ ਕਿ ਬਾਬੇ ਨਾਨਕ ਨੇ ਵੀ ਲਾਇਆ ਸੀ, ਅਸੀਂ ਵੀ ਲੰਗਰ ਲਾਵਾਂਗੇ। ਲੋਕਾਂ ਨੂੰ ਘੱਟ ਛਕਾਉਣਾ ਹੈ, ਉਹਦੇ ਵਿੱਚੋਂ ਪੈਸਾ ਟੱਕਾ ਬਚਤ ਕਰਕੇ ਆਪਣੇ ਬੋਝੇ ਜ਼ਿਆਦਾ ਭਰ ਲੈਣੇ ਨੇ, ਆਪਣੇ ਪੇਟ ਪੂਰਤੀ ਜ਼ਿਆਦਾ ਕਰ ਲੈਣੀ ਹੈ। ਇਹ ਕਮਾਈ ਦਾ ਸਾਧਨ ਬਣ ਗਿਆ ਅੱਜ ਲੰਗਰ। ਜੀ ਪ੍ਰੋਫੈਸਰ ਸਾਹਿਬ, ਅੱਜ ਜਦੋਂ ਗੁਰੂ ਨਾਨਕ ਸਾਹਿਬ ਦੀ ਇੱਕ ਪਾਸੇ ਬਹੁਤ ਵੱਡੀ ਜਿਹੜੀ ਉੱਚੀ ਸ਼ਖਸੀਅਤ ਹੈ ਤੇ ਦੂਸਰੇ ਪਾਸੇ ਜਿਹੜਾ ਕਿ ਕਰਮਕਾਂਡ ਅਤੇ ਜਿਹਨੂੰ ਅਸੀਂ ਕਹੀਏ ਕਰਮਕਾਂਡਾਂ ਦਾ ਜਿਹੜਾ ਕਿ ਬਹੁਤ ਉੱਪਰ ਲੈਵਲ ਚੱਲ ਰਿਹਾ, ਤੇ ਇਸ ਮੌਕੇ ਲੋੜ ਹੈ ਕਿ ਗੁਰੂ ਸਾਹਿਬਾਨ ਦੀ ਤਰਕਵਾਦੀ ਜਿਹੜੀ ਪਹੁੰਚ ਸੀ, ਤਰਕਵਾਦੀ ਜਿਹੜੀ ਗੱਲ ਸੀਗੀ, ਉਹਨਾਂ ਨੂੰ ਲੋਕਾਂ ਵਿੱਚ ਲੈ ਕੇ ਆਇਆ ਜਾਵੇ। ਪਰ ਇਹ ਲੋਕਾਂ ਵਿੱਚ ਕਿਵੇਂ ਲੈ ਕੇ ਜਾਇਆ ਜਾਵੇ, ਇਹਦੇ ਬਾਰੇ ਥੋੜਾ ਕੁਝ ਰਾਹ ਦੱਸੋ। ਇਹ ਤਾਂ ਜੀ ਅੱਜ ਮੀਡੀਆ ਦਾ ਯੁੱਗ ਹੋਣ ਕਰਕੇ ਪੁਜਾਰੀ ਦੇ ਹੱਥਾਂ ਚੋਂ ਬਹੁਤ ਕੁਝ ਕੰਟਰੋਲ ਚੋਂ ਨਿਕਲ ਚੁੱਕਿਆ ਹੋਇਆ ਹੈ। ਇਹਦਾ ਸਾਡੇ ਸਿਆਣੇ ਪ੍ਰਚਾਰਕਾਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ।
ਮੈਂ ਆਪ ਇੰਗਲੈਂਡ, ਅਮਰੀਕਾ, ਕੈਨੇਡਾ ਆਦਿ ਬਹੁਤ ਦੇਸ਼ਾਂ 'ਚ ਘੁੰਮ ਚੁੱਕਿਆ। ਉਹਨਾਂ ਦੇਸ਼ਾਂ ਦੇ ਵਿੱਚ ਕਿਉਂਕਿ ਉਹਨਾਂ ਨੇ ਵਿੱਦਿਆ ਦਿੱਤੀ ਆਪਣੇ ਲੋਕਾਂ ਨੂੰ, ਸਰਕਾਰਾਂ ਨੇ, ਉਹ ਵਿੱਦਿਆ ਮਿਲਣ ਦੇ ਕਾਰਨ ਉਹ ਫਿਰ ਧਰਮ ਸਥਾਨਾਂ ਤੇ ਨਹੀਂ ਜਾਂਦੇ, ਆਪੋ ਆਪਣੇ ਕੰਮਾਂ ਤੇ ਜਾਂਦੇ ਨੇ, ਡਿਊਟੀਆਂ ਕਰਦੇ ਨੇ। ਤੇ ਅੱਜ ਉਹਨਾਂ ਦੇ ਗਿਰਜੇ ਤਾਂ ਬਾਕੀ ਜਿਹੜੇ ਧਰਮ ਸਥਾਨ ਨੇ ਉਹ ਤਕਰੀਬਨ ਬੰਦ ਹੋ ਚੁੱਕੇ ਹੋਏ ਨੇ, ਬਹੁ ਗਿਣਤੀ ਦੇ। ਤੇ ਇੱਥੋਂ ਤੱਕ ਕਿ ਬਹੁਤੇ ਗਿਰਜੇ, ਚਰਚ ਖਰੀਦ ਕੇ ਕਿਸੇ ਨੇ ਸਟੋਰ ਬਣਾ ਲਿਆ ਤੇ ਕਿਸੇ ਨੇ ਢਾਬਾ, ਹੋਟਲ ਖੋਲ ਲਿਆ, ਤੇ ਕਈਆਂ ਨੇ, ਸਾਡੇ ਵਾਲੇ ਭਰਾਵਾਂ ਨੇ, ਗਿਰਜੇ ਦੀ ਥਾਂ ਖਰੀਦ ਕੇ ਗੁਰਦੁਆਰਾ ਬਣਾ ਲਿਆ, ਕਿਸੇ ਨੇ ਮੰਦਿਰ ਬਣਾ ਲਿਆ, ਤੇ ਉਹ ਵੇਚ ਰਹੇ ਨੇ। ਤੇ ਸਾਡੇ ਵਾਲੇ ਵਿਦੇਸ਼ਾਂ 'ਚ ਜਾ ਕੇ ਵੀ ਅਜੇ ਤੱਕ ਆਪਣੇ ਗੁਰਦੁਆਰੇ ਤੇ ਮੰਦਿਰ ਬਣਾ ਰਹੇ ਨੇ। ਇਹਨਾਂ ਨੂੰ ਅਜੇ ਤੱਕ ਸਮਝ ਨਹੀਂ ਆਈ ਕਿ ਭਲਿਓ ਉਹ ਲੋਕ ਇੰਨੇ ਸਿਆਣੇ ਨੇ, ਜੇ ਧਰਮ ਸਥਾਨ ਇੰਨਾ ਉੱਤਮ ਹੁੰਦਾ ਤਾਂ ਉਹ ਉਹਨੂੰ ਬੰਦ ਕਦੀ ਨਾ ਹੋਣ ਦਿੰਦੇ। ਇਹ ਸਮਾਂ ਬਿਹਾ ਚੁੱਕੀਆਂ ਚੀਜ਼ਾਂ ਨੇ। ਅੱਜ ਤਾਂ ਸਾਨੂੰ ਕਿਤਾਬਾਂ ਦੇ ਰਾਹੀਂ, ਅਖਬਾਰਾਂ ਦੇ ਰਾਹੀਂ, ਟੈਲੀਵਿਜ਼ਨ ਦੇ ਰਾਹੀਂ, ਮੀਡੀਆ ਦੇ ਰਾਹੀਂ ਘਰ ਬੈਠੇ ਬਿਠਾਇਆਂ ਨੂੰ ਬਹੁਤ ਕੁਝ ਪੜ੍ਹਨ ਨੂੰ, ਸਿੱਖਣ ਨੂੰ ਮਿਲ ਸਕਦਾ ਹੈ। ਤੇ ਅਸੀਂ ਆਪਣਾ ਮਾਨਸਿਕ ਵਿਕਾਸ ਕਰੀਏ ਤੇ ਜਿਹੜੀਆਂ ਤਰਕ ਦੀਆਂ ਗੱਲਾਂ ਲੋਕਾਂ ਨੂੰ ਸਮਝਾਈਏ ਕਿ ਦੇਖੋ ਭਾਈ, ਬਾਬਾ ਜੀ ਤਾਂ ਕਹਿ ਰਹੇ ਨੇ, ਮੱਥੇ ਟਿੱਕਾ ਤੇੜ ਧੋਤੀ ਕਹਾਈ, ਹੱਥ ਛੁਰੀ ਜਗਤ ਕਸਾਈ। ਉਹ ਭਲਿਆ ਤੇਰਾ ਮੱਥੇ 'ਚ ਟਿੱਕਾ, ਧੋਤੀ ਅਤੇ ਹੋਰ ਜਿਹੜੀਆਂ ਚੀਜ਼ਾਂ ਤੋਂ ਧਾਰਮਿਕ ਚਿੰਨ੍ਹ ਧਾਰਨ ਕੀਤੇ ਨੇ, ਇਹ ਤੂੰ ਲੋਕਾਂ ਦਾ ਤਾਂ ਗਲਾ ਕੱਟ ਰਿਹਾ ਹੈ, ਉਹਨਾਂ ਤੇ ਜ਼ੁਲਮ ਕਰ ਰਿਹਾ ਹੈ। ਇਹ ਧਾਰਮਿਕ ਚਿੰਨ੍ਹਾਂ ਨੂੰ ਅਸੀਂ ਤੇਰੇ ਨੂੰ ਕੀ ਕਰੀਏ? ਇਹ ਕਿੱਡੇ ਵੱਡੇ ਤਰਕ ਨੇ। ਇਸ ਤਰ੍ਹਾਂ ਹੋਰ ਬਹੁਤ ਸਾਰਾ ਤਰਕਵਾਦੀ ਗੁਰੂ ਨਾਨਕ ਸਾਹਿਬ ਨੇ ਮੱਤ ਦਿੱਤੀ ਹੈ। ਗੁਰਬਾਣੀ ਚ ਆਉਂਦਾ ਹੈ ਕਿ ਇੱਕ ਪੱਥਰ ਤੇ ਤੁਸੀਂ ਪੈਰ ਰੱਖਦੇ ਹੋ, ਇੱਕ ਪੱਥਰ ਨੂੰ ਅੰਦਰ ਪੂਜਾ ਕਰਦੇ ਹੋ। ਇੱਕ ਹੈ ਪੱਥਰ, ਤੀਜਾ ਭਾਉ, ਦੂਜਾ ਪੱਥਰ, ਧਰੀਆ ਪਾਉ। ਜੇ ਉਹ ਦੇਵ ਤਾਂ ਉਹ ਵੀ ਦੇਵਾ, ਕਹਿ ਨਾਮ ਦੇਵ ਹਮ ਹਰ ਕੀ ਸੇਵਾ। ਜੇ ਇੱਕ ਪੱਥਰ ਅੰਦਰ ਮੂਰਤੀ ਬਣਾ ਕੇ ਰੱਖ ਦਿੱਤਾ, ਉਹਦੀ ਪੂਜਾ ਕਰੀ ਜਾਂਦੇ ਹੋ। ਦੂਜਾ ਪੱਥਰ ਪੈਰਾਂ 'ਚ ਪਿਆ, ਉਹਦੀ ਤੁਹਾਨੂੰ ਕੋਈ ਪਰਵਾਹ ਨਹੀਂ, ਜਦੋਂ ਕਿ ਪੱਥਰ ਤਾਂ ਦੋਵੇਂ ਇੱਕੋ ਜਿਹੇ ਨੇ। ਇਸ ਤਰ੍ਹਾਂ ਸਾਡੇ ਸਮਾਜ ਨੂੰ ਗਿਆਨ ਦੇਣ ਦੀ, ਅਕਲ ਦੇਣ ਦੀ, ਸਕੂਲਾਂ 'ਚ, ਕਾਲਜਾਂ 'ਚ ਤਰਕ ਰਾਹੀਂ ਵਿੱਦਿਆ ਦੇਣ ਦੀ, ਤੇ ਜਿਹੜਾ ਕਿ ਉਹਨਾਂ ਦੀ ਜ਼ਿੰਦਗੀ 'ਚ ਕੰਮ ਆ ਸਕੇ, ਉਹਨਾਂ ਨੂੰ ਅੰਨੇ ਸਰਧਾਲੂ ਨਾ ਬਣਾਈਏ, ਬਲਕਿ ਗਿਆਨਵਾਨ, ਅਕਲਮੰਦ, ਵਿਦਵਾਨ ਪੁਰਖ ਬਣਾਈਏ, ਤਾਂ ਕਿ ਸਾਡਾ ਸਮਾਜ ਵੀ ਮਾਣ ਨਾਲ ਕਹਿ ਸਕੇ ਕਿ ਅਸੀਂ ਵੀ ਸੱਚਮੁੱਚ ਅਗਾਂਹ ਵਧੂ 21ਵੀਂ ਸਦੀ ਦੇ ਇਨਸਾਨ ਆ। ਨਹੀਂ ਤਾਂ ਅੱਜ ਤੱਕ ਅਸੀਂ ਪੁਰਾਤਨ ਚੀਜ਼ਾਂ ਤੇ ਮਾਣਤਾ ਬਹੁਤ ਕਰਦੇ ਹਾਂ ਤੇ ਨਵੀਨਤਾ ਸਾਡੇ ਕੋਲੇ ਕੁਝ ਵੀ ਨਹੀਂ ਹੈ। ਸਾਡਾ ਚੋਲਾ ਪਹਿਰਾਵਾ ਇਹ ਪੁਰਾਤਨ, ਸਾਡਾ ਮੰਦਿਰ ਗੁਰਦੁਆਰਾ ਪੁਰਾਤਨ, ਸਾਡਾ ਬਹੁਤ ਚੀਜ਼ਾਂ ਪੁਰਾਤਨ ਦੀ ਗਿਣਤੀ ਕਰਾਈ ਜਾਂਦੇ ਨੇ। ਤੇ ਨਵੀਨਤਾ ਵਾਲੀਆਂ ਕਾਢਾਂ, ਚਾਹੇ ਕੰਪਿਊਟਰ, ਮੋਬਾਈਲ, ਜਹਾਜ਼, ਜੰਗੀ ਸਮਾਨ, ਫ੍ਰਿਜ, ਟੀਵੀ ਆਦਿਕ, ਕਾਰਾਂ, ਮੋਟਰਾਂ, ਇਹ ਨਵੀਂ ਕਾਢ ਭਾਰਤੀ ਲੋਕਾਂ ਨੇ ਇੱਕ ਵੀ ਨਹੀਂ ਕੱਢੀ। ਕੇਵਲ ਮੰਦਿਰਾਂ 'ਚ, ਗੁਰਦੁਆਰਿਆਂ 'ਚ ਨਮਸਕਾਰਾਂ ਬਹੁਤ ਕਰਦੇ ਨੇ, ਮੱਥੇ ਬਹੁਤ ਟੇਕਦੇ ਨੇ, ਪੁਰਾਤਨਤਾ ਨੂੰ ਗਲ ਨਾਲ ਲਾਈ ਫਿਰਦੇ ਨੇ, ਪਰ ਨਵੀਨਤਾ ਦਾ ਇਹਨਾਂ ਕੋਲੇ ਨਾਮੋ ਨਿਸ਼ਾਨ ਨਹੀਂ ਹੈ। ਹਾਂ, ਦੂਜੇ ਦੇਸ਼ਾਂ 'ਚੋਂ ਬੇਅੰਤ ਪੈਸਾ ਖਰਚ ਕੇ ਉਹ ਨਵੀਨਤਾ ਵਾਲੀਆਂ ਚੀਜ਼ਾਂ ਲਿਆ ਕੇ ਵਰਤ ਜ਼ਰੂਰ ਲੈਂਦੇ ਨੇ, ਪਰ ਉਹਨਾਂ ਨੂੰ ਫਿਰ ਵੀ ਮਾੜੇ ਕਹਿੰਦੇ ਨੇ। ਆਪਣੀ ਪੁਰਾਤਨਤਾ ਵਾਲੀਆਂ ਗੱਲਾਂ ਨੂੰ ਫਿਰ ਵੀ ਚੰਗੀ ਆਖੀ ਜਾਣਗੇ। ਇੱਥੋਂ ਤੱਕ ਸੋਚ ਨਿੱਘਰ ਚੁੱਕੀ ਹੋਈ ਹੈ ਜੀ। ਪ੍ਰੋਫੈਸਰ ਸਾਹਿਬ ਸਾਡੇ ਨਾਲ ਲਾਈਨ ਦੇ ਉੱਪਰ ਹਾਜ਼ਰ ਨੇ ਜਸਵੀਰ ਸੋਨੀ ਜੀ, ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੇ ਨੇ। ਹਾਂਜੀ ਜਸਵੀਰ ਸੋਨੀ ਜੀ, ਆਪਣੀ ਗੱਲ ਰੱਖੋ। ਪ੍ਰੋਫੈਸਰ ਗੱਗਾ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਰ ਮੇਰਾ ਇੱਕ ਸਵਾਲ ਹੈ। ਹੈਲੋ। ਹਾਂਜੀ ਹਾਂਜੀ ਬੋਲੋ, ਤੁਸੀਂ ਆਪਣਾ ਸਵਾਲ ਬੋਲੋ। ਹਾਂਜੀ ਸਰ, ਮੇਰਾ ਇੱਕ ਸਵਾਲ ਹੈ ਵੀ ਗੁਰੂ ਨਾਨਕ ਦੇਵ ਜੀ ਨੇ ਜਿਵੇਂ ਉਦਾਸੀਆਂ ਕੀਤੀਆਂ, ਦੇਸ਼ਾਂ ਵਿਦੇਸ਼ਾਂ 'ਚ ਗਏ, ਉਹਨਾਂ ਨੇ ਸਿੱਧਾ ਨਾਲ ਹੋਰ ਨਾਲ ਪੋਸਟੀਆਂ ਕੀਤੀਆਂ, ਵਿਚਾਰ ਚਰਚਾ ਕੀਤੀ, ਵਿਚਾਰ ਕੀਤੇ, ਸਾਰਾ ਕੁਛ ਕੀਤਾ ਉਹਨਾਂ ਨੇ। ਜਿਵੇਂ ਆਪਾਂ ਗੱਲ ਕਰਦੇ ਹਾਂ ਵੀ ਆਮ ਤੌਰ ਤੇ ਪੰਜਾਬੀ ਇਹ ਗੱਲ ਵੀ 12 ਗੁਰੂ ਤੋਂ ਜਾ ਕੇ ਭਾਸ਼ਾ ਬਦਲ ਜਾਂਦੀ ਹੈ। ਮਨ ਗੁਰੂ ਨਾਨਕ ਦੇਵ ਜੀ ਹਰਦਿਆਲ ਗਏ, ਗੁਰੂ ਨਾਨਕ ਦੇਵ ਜੀ ਬੰਗਾਲ ਗਏ, ਗੁਰੂ ਨਾਨਕ ਦੇਵ ਜੀ ਮੱਕਾ, ਤੇ ਗੁਰੂ ਨਾਨਕ ਦੇਵ ਜੀ ਭਾਸ਼ਾ ਕੀ, ਮੇਰਾ ਸਵਾਲ ਇਹ ਹੈਗਾ, ਮੇਨ ਸਵਾਲ ਮੈਂ ਗੱਲ ਪੁੱਛਣੀ ਚਾਹੁੰਦਾ ਹੈਗਾ ਕਿ ਕੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਭਾਸ਼ਾਵਾਂ ਦਾ ਪਹਿਲਾਂ ਅਧਿਐਨ ਕੀਤਾ ਸੀ, ਉਹ ਜਾਣਦੇ ਸੀ, ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੀਆਂ ਭਾਸ਼ਾਵਾਂ ਦੇ ਵਿੱਚ ਜਾ ਕੇ ਉਹਨਾਂ ਨੇ ਵਿਚਾਰ ਚਰਚਾਵਾਂ ਕੀਤੀਆਂ ਤੇ ਉਹਨਾਂ ਨੂੰ ਭਾਸ਼ਾ ਦਾ ਜਿਹੜਾ ਗਿਆਨ ਸੀ ਉਹ ਕਿੱਦਾਂ ਹੋਇਆ ਤੇ ਉਹਨਾਂ ਨੂੰ ਕਿਵੇਂ ਸਮਝਾਇਆ ਲੋਕਾਂ ਜਾ ਕੇ ਉਹਨਾਂ ਦੀ ਭਾਸ਼ਾ ਦੇ ਵਿੱਚ? ਹਾਂਜੀ, ਤੁਹਾਡਾ ਬਹੁਤ ਅੱਛਾ ਸਵਾਲ ਹੈ, ਵਿਦਵਾਨਾਂ ਵਾਲਾ ਸਵਾਲ ਤੁਸੀਂ ਕੀਤਾ ਹੈ। ਗੁਰੂ ਨਾਨਕ ਸਾਹਿਬ 35-36 ਸਾਲ ਦੀ ਉਮਰ ਦੇ ਵਿੱਚ ਇਹਨਾਂ ਨੇ ਧਰਮ ਪ੍ਰਚਾਰ ਦਾ ਜਿਹੜੀ ਯਾਤਰਾ ਹੈ, ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਕੇ ਸ਼ੁਰੂ ਕੀਤੀ ਹੈ। ਤੇ ਉਨੀ ਦੇਰ ਤੱਕ ਇਹਨਾਂ ਨੇ ਬਹੁਤ ਕੁਝ ਪੜ੍ਹਿਆ ਹੈ ਤੇ ਬਹੁਤ ਕੁਝ ਜਾਣਿਆ ਹੈ। ਧਰਮ ਗ੍ਰੰਥਾਂ ਦਾ ਵੀ ਅਧਿਐਨ ਕੀਤਾ। ਸੰਸਕ੍ਰਿਤ ਤਾਂ ਪੰਜਾਬ ਦੇ ਵਿੱਚ ਜਿਹੜੇ ਬ੍ਰਾਹਮਣ ਰਹਿੰਦੇ ਸੀ ਇੱਥੇ, ਉਹਨਾਂ ਤੋਂ ਸਿੱਖੀ ਜਾ ਸਕਦੀ ਸੀ।
ਪੰਜਾਬੀ ਆਪਣੀ ਮਾਤ ਬੋਲੀ ਹੈਗੀ ਉਹ ਹੈਗੀ ਹੈ। ਫਾਰਸੀ ਇੱਥੇ ਸਰਕਾਰੀ ਦਫ਼ਤਰਾਂ ਦੇ ਵਿੱਚ ਕੰਮ ਹੁੰਦਾ ਸੀ। ਗੁਰੂ ਨਾਨਕ ਸਾਹਿਬ ਨੇ ਸਰਕਾਰੀ ਨੌਕਰੀ ਕੀਤੀ ਹੈ, ਉਹ ਫਾਰਸੀ ਸਿੱਖੇ ਤੋਂ ਬਿਨਾਂ ਇੰਨੀ ਵਧੀਆ ਨੌਕਰੀ ਮਿਲ ਨਹੀਂ ਸਕਦੀ ਸੀ। ਤੇ ਉਹਨਾਂ ਨੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਲਗਾਤਾਰ ਮਿਹਨਤ ਕਰਕੇ ਸਿੱਖੀਆਂ। ਇੱਥੇ ਧਰਮਾਂ ਦੇ ਜੋ ਨਿਯਮ ਸੀ ਉਹ ਵੀ ਪੜ੍ਹੇ ਸਿੱਖੇ, ਤੇ ਜਿਹੜਾ ਫਿਰਕੇਵਾਦੀ ਸੀ, ਜਾਤ ਪਾਤ ਸੀ, ਬ੍ਰਾਹਮਣ ਦੀਆਂ ਪੁਜਾਰੀ ਦੀਆਂ ਮਾਨਤਾਵਾਂ ਸੀ, ਉਹਨਾਂ ਨੂੰ ਜਾਣਿਆ ਪਰਖਿਆ ਤੇ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਨੇ ਲਗਾਤਾਰ ਅਧਿਐਨ ਕਰਨ ਤੋਂ ਬਾਅਦ 35-36 ਸਾਲ ਦੀ ਉਮਰ ਦੇ ਵਿੱਚ ਆਪਣੀ ਯਾਤਰਾ ਆਰੰਭ ਕੀਤੀ। ਪਹਿਲੀ ਗੱਲ ਤਾਂ ਇਹ ਕਿ ਉਹਨਾਂ ਨੇ ਜਿਹੜੇ ਸਾਧਾਂ ਦੇ ਇੱਕ ਕਾਫਲੇ ਚੱਲਦੇ ਸੀ ਹਿੰਦੁਸਤਾਨ ਦੇ ਵਿੱਚ, ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਉਹ ਕਿਤੇ ਟਿੱਕੇ ਨਹੀਂ ਸੀ ਬੈਠਦੇ ਹੁੰਦੇ। ਉਹ ਇੱਧਰ ਉੱਧਰ ਤੁਰਦੇ ਫਿਰਦੇ ਪ੍ਰਚਾਰ ਵੀ ਕਰਦੇ ਸੀ ਤੇ ਨਾਲ ਆਪਣੀ ਪੇਟ ਵੀ ਕਰਦੇ ਸੀ। ਉਹਨਾਂ ਦੀ ਬੋਲੀ ਸਧੂਕੜੀ ਭਾਸ਼ਾ ਆਖੀ ਜਾਂਦੀ ਸੀ। ਉਹ ਸਧੂਕੜੀ ਭਾਸ਼ਾ ਕਰੀਬ ਬਹੁਤੇ ਲੋਕਾਂ ਦੇ ਸਮਝ ਆ ਜਾਂਦੀ ਸੀ। ਜਿਵੇਂ ਉਰਦੂ ਬੋਲੀ ਹੈ, ਇਹ ਉਰਦੂ ਭਾਸ਼ਾ ਆਪਣੇ ਆਪ ਦੇ ਵਿੱਚ ਕੋਈ ਭਾਸ਼ਾ ਨਹੀਂ ਹੈ। ਇਹ ਅੰਗਰੇਜ਼ਾਂ ਨੇ ਫੌਜ ਦੇ ਵਿੱਚ ਜਿਹੜੇ ਤਰ੍ਹਾਂ ਦੇ ਸੂਬਿਆਂ ਤੋਂ ਆ ਕੇ ਫੌਜੀ ਭਰਤੀ ਹੁੰਦੇ ਸੀ, ਉਹਨਾਂ ਵਾਸਤੇ ਸਾਂਝੀ ਭਾਸ਼ਾ ਸੀ। ਸਾਰੇ ਸੂਬਿਆਂ ਦੇ ਸ਼ਬਦ ਉਰਦੂ ਦੇ ਵਿੱਚ ਰਲੇ ਹੁੰਦੇ ਸੀ। ਇਸ ਤਰ੍ਹਾਂ ਉਹ ਸਾਰਿਆਂ ਨੂੰ, ਕਿਉਂਕਿ ਫੌਜ ਨੂੰ ਉਰਦਵਜਾਰੀ ਫੌਜੀ ਹੁੰਦੇ ਨੇ, ਉਰਦਵਜਾਰੀ ਫੌਜ ਨੂੰ ਕਹਿੰਦੇ ਨੇ, ਤਾਂ ਹੀ ਉਰਦੂ ਭਾਸ਼ਾ ਬਣੀ ਹੈ। ਤੇ ਮੈਂ ਹੈਰਾਨ ਰਹਿ ਗਿਆ, ਕੁਝ ਇੱਕ ਸ਼ਬਦ ਗੁਜਰਾਤੀ ਦੇ ਵੀ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ 'ਚ ਵਰਤੇ ਹੋਏ ਨੇ, ਤੇ ਇਸੇ ਤਰ੍ਹਾਂ ਮਲਿਆਲਮ ਦੇ ਸ਼ਬਦ ਵੀ ਹੈਗੇ ਨੇ। ਤੇ ਜਿਹੜੇ ਉਧਰ ਸਮਝ ਆਪਾਂ ਨੂੰ ਲੱਗਦਾ ਵੀ ਨਹੀਂ ਆਉਂਦੇ ਹੋਣਗੇ, ਤਾਂ ਇਹ ਜਿਹੜੀ ਸਧੂਕੜੀ ਭਾਸ਼ਾ ਹੈ, ਸਾਧਾਂ ਸੰਤਾਂ ਦੀ ਸਾਂਝੀ ਭਾਸ਼ਾ ਚੱਲ ਰਹੀ ਸੀ ਭਾਰਤ ਦੇ ਵਿੱਚ, ਉਹਦੇ ਰਾਹੀਂ ਵੀ ਉੱਥੋਂ ਦੇ ਲੋਕਾਂ ਨੂੰ ਮੱਤ ਦਿੱਤੀ ਜਾ ਸਕਦੀ ਹੈ। ਨਾਲੇ ਗੁਰੂ ਨਾਨਕ ਸਾਹਿਬ ਆਮ ਲੋਕਾਂ ਦੇ ਵੀ ਜਾ ਕੇ ਉਹਨੇ ਲੈਕਚਰ ਨਹੀਂ ਸੀ ਕਰਦੇ, ਬਲਕਿ ਉੱਥੋਂ ਦੇ ਮੁੱਖ ਪੁਜਾਰੀਆਂ ਨੂੰ, ਅਮੀਰ ਵੱਡੇ ਜਿਹੜੇ ਲੋਕ ਪੜ੍ਹੇ ਲਿਖੇ ਸੀ ਉਹਨਾਂ ਨੂੰ, ਰਾਜੇ ਮਹਾਰਾਜਿਆਂ ਨੂੰ, ਸੂਬੇਦਾਰਾਂ ਨੂੰ, ਚੌਧਰੀਆਂ ਨੂੰ, ਉਹਨਾਂ ਨੂੰ ਜਾ ਕੇ ਮਿਲਦੇ ਸੀ ਕਿ ਜੇ ਇਹ ਉੱਪਰਲੇ ਦਰਜੇ ਵਾਲੇ ਲੋਕ ਥੋੜੇ ਜਿਹੇ ਸੁਧਰ ਜਾਣ ਤਾਂ ਛੋਟੇ ਲੋਕ ਤਾਂ ਆਮ ਛੇਤੀ ਸੁਧਰ ਜਾਣਗੇ। ਉਹਨਾਂ ਨੇ 12 ਭਾਸ਼ਾਵਾਂ ਦੇ ਸ਼ਬਦ ਗੁਰਬਾਣੀ ਦੇ ਵਿੱਚ ਆਪਣੀ ਲਿਖਤ ਦੇ ਵਿੱਚ ਵਰਤੇ ਹੋਏ ਨੇ, ਤਾਂ ਹੀ ਉਹਨਾਂ ਨੂੰ ਬਾਕੀ ਸੂਬਿਆਂ ਦੀ ਗੱਲ ਵੀ ਸਮਝ ਆਉਂਦੀ ਸੀ ਤੇ ਆਪਣੀ ਗੱਲ ਉਹ ਸਮਝਾ ਸਕਦੇ ਸੀ। ਇਹ ਉਹਨਾਂ ਦੀ ਸਟੱਡੀ ਸੀ। ਬਹੁਤ ਲੰਮੇ ਸਮੇਂ ਤੱਕ ਉਹਨਾਂ ਨੇ ਇਸ ਤਰ੍ਹਾਂ ਦਾ ਅਧਿਐਨ ਕੀਤਾ ਸੀ। ਜੀ ਪ੍ਰੋਫੈਸਰ ਸਾਹਿਬ, ਤੁਸੀਂ ਬਹੁਤ ਸਾਰਾ ਗਿਆਨ ਜਿਹੜਾ ਹੈਗਾ ਸਾਡੇ ਦਰਸ਼ਕਾਂ ਨੂੰ ਦਿੱਤਾ, ਬਹੁਤ ਸਾਰੀਆਂ ਤੁਸੀਂ ਗੱਲਾਂ ਕੀਤੀਆਂ, ਤੇ ਅੰਤ ਦੇ ਉੱਪਰ ਤੁਸੀਂ ਜੇ ਕੋਈ ਸੁਨੇਹਾ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਤਾਂ ਪਲੀਜ਼ ਉਹ ਵੀ ਸਾਡੇ ਨਾਲ ਸ਼ੇਅਰ ਕਰੋ। ਇੱਥੇ ਮੈਂ ਬੇਨਤੀ ਕਰ ਲਵਾਂ, ਤਰਕਸ਼ੀਲ ਭਰਾਵਾਂ ਨਾਲ ਮੇਰਾ ਬਹੁਤ ਲੰਮੇ ਸਮੇਂ ਤੋਂ ਵਾਹ ਪਿਆ ਹੋਇਆ ਹੈ। ਕਈ ਸਾਰੇ ਸਮਾਗਮਾਂ ਦੇ ਵਿੱਚ ਤਰਕਸ਼ੀਲ ਭਰਾ ਵੀ ਮੈਨੂੰ ਬੁਲਾਉਂਦੇ ਰਹੇ ਨੇ ਹੁਣ ਤੱਕ। ਮੇਘਰਾਜ ਮਿੱਤਰ ਜੀ ਨੇ ਵੀ ਆਪਣੇ ਬਹੁਤ ਸਤਿਕਾਰਯੋਗ ਵੱਡੇ ਵੀਰ ਨੇ, ਉਹਨਾਂ ਦੇ ਨਾਲ ਵੀ ਮੇਰੀ ਨੇੜਤਾ ਰਹਿੰਦੀ ਹੈ, ਫੋਨ ਤੇ ਮਿਲ ਕੇ ਵੀ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ। ਮੇਰੀ ਤਾਂ ਬੇਨਤੀ ਇਹ ਹੈ ਕਿ ਤੁਸੀਂ ਇਸ ਸਿੱਖ ਜਿਹਨੂੰ ਧਰਮ ਸ਼ਬਦ ਅੱਜ ਕੱਲ੍ਹ ਚੱਲ ਪਿਆ, ਇਹਨਾਂ ਤੋਂ ਦੂਰ ਨਾ ਹੋਵੋ, ਬਲਕਿ ਗੁਰਬਾਣੀ ਕਿਉਂ ਪ੍ਰਮਾਣ ਦੇ ਕੇ ਤੁਸੀਂ ਜਿਹੜੇ ਗਲਤ ਰਾਹੇ ਪਏ ਲੋਕ ਨੇ ਉਹਨਾਂ ਨੂੰ ਮੱਤ ਦਿਓ। ਤੁਹਾਡੇ ਕੋਲੇ ਅਕਲ ਹੈ, ਤੁਹਾਡੇ ਕੋਲੇ ਤਰਕ ਹੈ, ਤੁਸੀਂ ਸਮਾਜ ਦੀ ਸੇਵਾ ਕਰਨੀ ਚਾਹੁੰਦੇ ਹੋ। ਜੇ ਤੁਸੀਂ ਪੜ੍ਹੇ ਲਿਖੇ ਭਰਾ ਪਿੱਛੇ ਹਟ ਕੇ ਬੈਠ ਗਏ ਤਾਂ ਜਿਹੜੇ ਸਾਡੇ ਪੁਜਾਰੀ ਨੇ ਉਹ ਸਾਨੂੰ ਇਸੇ ਤਰ੍ਹਾਂ ਲੁੱਟਦੇ ਰਹਿਣਗੇ। ਤੁਹਾਡੀ ਵੀ ਸਮਾਜ ਸੁਧਾਰ ਵਾਸਤੇ ਜ਼ਿੰਮੇਵਾਰੀ ਬਣਦੀ ਹੈ। ਧਰਮ ਤੁਹਾਡੇ ਵਾਸਤੇ ਇੱਕ ਵੱਡਾ ਸਾਧਨ ਹੈ, ਕਿਉਂਕਿ ਜਿਹੜੇ ਪ੍ਰਚਾਰਕ ਤਰਕਸ਼ੀਲ ਕਿਤੇ ਬੋਲਣ ਵਾਸਤੇ ਜਾਂਦੇ ਸੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਸੀ ਕਿ ਜੇ ਤੁਸੀਂ ਉੱਥੇ ਗੁਰਬਾਣੀ ਦਾ ਪ੍ਰਮਾਣ ਦੇ ਦਿਓ, ਤੁਹਾਡੀ ਗੱਲ ਦੀ ਕੀਮਤ ਹੋਰ ਪੈ ਜਾਣੀ ਹੈ। ਕਾਰਨ ਇਹ ਹੈ ਕਿ ਲੋਕੀ ਹੈਰਾਨ ਹੋਣਗੇ ਕਿ ਅੱਛਾ ਬਾਬਾ ਨਾਨਕ ਨੇ ਇਹ ਗੱਲ ਆਖੀ ਹੈ, ਫਿਰ ਤਾਂ ਜ਼ਰੂਰ ਠੀਕ ਬੋਲਦਾ ਹੋਣਾ ਭਾਈ ਬੁਲਾਰਾ ਜਿਹੜਾ। ਅੱਛਾ ਕਬੀਰ ਜੀ ਨੇ ਇਹ ਗੱਲ ਆਖੀ ਹੈ, ਫਿਰ ਤਾਂ ਇਹ ਜ਼ਰੂਰ ਠੀਕ ਬੋਲਦਾ ਹੋਣਾ। ਤੁਹਾਡੀਆਂ ਬੋਲੀਆਂ ਗੱਲਾਂ ਦੀ ਕੀਮਤ ਵੱਧ ਜਾਵੇਗੀ ਜੇ ਕਬੀਰ ਜੀ, ਬਾਬਾ ਨਾਨਕ ਜੀ, ਰਵਿਦਾਸ ਜੀ ਦੇ ਹਵਾਲੇ ਤੁਸੀਂ ਦਿਓਗੇ। ਤੇ ਇਹ ਸਾਰਿਆਂ ਦਾ ਸਾਂਝਾ ਸਾਡਾ ਧਰਮ ਹੈ, ਤੇ ਭਾਵੇਂ ਇਹਨੂੰ ਧਰਮ ਕਹਿ ਰਹੇ ਆ, ਇੱਕ ਵਿਚਾਰਧਾਰਾ ਹੈ, ਇੱਕ ਇਨਕਲਾਬ ਹੈ। ਇਹ ਤੁਹਾਡਾ ਵੀ ਹੈ, ਇਹ ਸਾਡਾ ਵੀ ਹੈ। ਇਹ ਪੁਜਾਰੀਆਂ ਨੇ ਠੇਕਾ ਨਹੀਂ ਲਿਆ ਇਹਦੇ ਉੱਤੇ ਕਬਜ਼ਾ ਕਰਕੇ ਬਹਿਣ ਦਾ। ਤੁਸੀਂ ਵੀ ਸਾਡੇ ਆਪਣੇ ਭੈਣ ਭਰਾ ਹੋ, ਆਪਾਂ ਰਲ ਮਿਲ ਕੇ ਸਮਾਜ ਦਾ ਸਾਰੇ ਰਲ ਮਿਲ ਕੇ ਭਲਾ ਕਰੀਏ। ਜੀ ਪ੍ਰੋਫੈਸਰ ਸਾਹਿਬ, ਤੋਂ ਤੁਸੀਂ ਸਾਡੇ ਨਾਲ ਬਹੁਤ ਸਾਰੀਆਂ ਲੰਬੀਆਂ ਗੱਲਾਂ ਕੀਤੀਆਂ। ਸਾਡੇ ਦਰਸ਼ਕਾਂ ਨੂੰ ਬਹੁਤ ਸਾਰਾ ਜਿਹੜਾ ਤੁਹਾਡੇ ਕੋਲੋਂ ਗਿਆਨ ਮਿਲਿਆ, ਤੇ ਉਮੀਦ ਹੈ ਕਿ ਜਿਹੜੇ ਸਾਡੀ ਗੱਲਬਾਤ ਦੇ ਵਿੱਚੋਂ ਉਹਨਾਂ ਤੱਕ ਕੋਈ ਨਾ ਕੋਈ ਜ਼ਰੂਰ ਮੈਸੇਜ ਪਹੁੰਚੇਗਾ, ਅਤੇ ਗੁਰੂ ਨਾਨਕ ਸਾਹਿਬ ਦੀ ਜਿਹੜੀ ਕਿ ਅਸਲੀ ਤਰਕਵਾਦੀ ਪਹੁੰਚ ਹੈਗੀ ਉਹਨਾਂ ਤੱਕ ਪਹੁੰਚੇਗੀ। ਤੁਹਾਡਾ ਸਾਡੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ, ਸਾਡੇ ਨਾਲ ਸਮਾਂ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਜੀ ਤੁਹਾਡਾ। ਹਾਂਜੀ ਦੋਸਤੋ, ਤੁਸੀਂ ਪ੍ਰੋਫੈਸਰ ਘੱਗਾ ਜੀ ਦੇ ਨਾਲ ਸਾਡੀ ਜਿਹੜੀ ਗੱਲਬਾਤ ਸੀਗੀ, ਅਜਿਹੇ ਸਨ ਸਾਡੇ
ਬਾਬਾ ਨਾਨਕ ਜੀ ਸੰਬੰਧ ਦੇ ਵਿੱਚ ਤੁਸੀਂ ਸਾਡੀ ਸੁਣੀ। ਉਹਨਾਂ ਦੇ ਨਾਲ ਉਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਜਿਹੜੀ ਕਿ ਤੁਸੀਂ ਸਹਿਮਤ ਹੋਵੋਗੇ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੀ, ਪਿਛਲੇ ਦਿਨਾਂ ਦੇ ਵਿੱਚ ਦਿਹਾੜਾ ਲੰਘ ਕੇ ਗਿਆ, ਪੂਰੇ ਵਰਲਡ ਦੇ ਵਿੱਚ ਮਨਾਇਆ ਗਿਆ, ਲੇਕਿਨ ਗੁਰੂ ਸਾਹਿਬ ਦੀ ਜਿਹੜੀ ਕਿ ਅਸਲੀ ਸਿੱਖਿਆਵਾਂ ਨੇ, ਲੱਗਦਾ ਕਿ ਅਸੀਂ ਉਹਨਾਂ ਤੋਂ ਹਾਲੇ ਤੱਕ ਕਾਫੀ ਦੂਰ ਹਾਂ। ਉਹਨਾਂ ਨੂੰ ਸਾਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਲਿਆਉਣ ਦੀ ਲੋੜ ਆ। ਜਿੱਥੇ ਅਸੀਂ ਅੱਜ ਗੁਰੂ ਸਾਹਿਬਾਨ ਨੂੰ ਇੱਕ ਚਮਤਕਾਰੀ ਦੇ ਰੂਪ ਦੇ ਵਿੱਚ ਲਿਆ ਕੇ ਪੁਜਾਰੀ ਵਰਗ ਨੇ ਸਾਡੇ ਸਾਹਮਣੇ ਖੜਾ ਕਰ ਦਿੱਤਾ ਹੈ, ਲੇਕਿਨ ਉਹ ਇੱਕ, ਜੇ ਅਸੀਂ ਇੱਦਾਂ ਕਹੀਏ ਕਿ ਉਹ ਇੱਕ ਤਰਕਸ਼ੀਲ ਸਨ, ਤਰਕਵਾਦੀ ਸਨ, ਤਾਂ ਮੇਰੇ ਖਿਆਲ ਦੇ ਵਿੱਚ ਇਹ ਗਲਤ ਨਹੀਂ ਹੋਏਗਾ। ਤੇ ਉਹਨਾਂ ਦੀਆਂ ਇਹਨਾਂ ਜਿਹੜੀਆਂ ਸਿੱਖਿਆਵਾਂ ਹੈਗੀਆਂ ਨੇ ਉਹਨਾਂ ਨੂੰ ਅਪਣਾਉਣ ਦੀ ਲੋੜ ਆ। ਔਰਤ ਨੂੰ ਬਰਾਬਰ ਦਾ ਦਰਜਾ ਦੇਣ ਦੀ ਲੋੜ ਆ, ਕਿਰਤ ਕਰਨ ਦੀ ਲੋੜ ਆ, ਅਤੇ ਜਿਹੜੀ ਤਰਕਵਾਦੀ ਪਹੁੰਚ ਹੈਗੀ ਆ ਇਸ ਨੂੰ ਆਪਣੀ ਜ਼ਿੰਦਗੀਆਂ ਦੇ ਵਿੱਚ ਲਿਆਉਣ ਦੀ ਲੋੜ ਆ। ਤਰਕ ਦੀਆਂ ਗੱਲਾਂ ਪ੍ਰੋਗਰਾਮ ਦੇ ਰਾਹੀਂ ਅਗਲੀ ਵਾਰ ਅਸੀਂ ਤੁਹਾਡੇ ਨਾਲ ਹੋਰ ਕੋਈ ਕਿਸੇ ਸ਼ਖਸੀਅਤ ਨੂੰ ਕਿਸੇ ਪ੍ਰੋਗਰਾਮ ਦੇ ਥਰੂ ਤੁਹਾਡੇ ਸਾਹਮਣੇ ਆਵਾਂਗੇ। ਤਦ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। For more contents related to rational thinking, subscribe our Tarkshil TV channel now.